जैसा नाई को देव, गुर जैसा नाई को देव। सतगुर वड्डा कर साला कीए, जिस विच वड्डियां वड्डियाइयां, सह मेले तन दरियाया, जा तिस पाणा ता मन वसाया। कर हुक्म मस्तक हथ धर, विचों मार कड्डियां बुराइयां। सह तुठे नौनद पाया, सह तुठे नौनद पाया। गुर जैसा नाही को देव, चरण सरन गुर एक पैंडा जाए चल। सतगुर कोट पैंडा आगे होए लेत गए। एक बार सतगुर मंत्र सिमरन मात्र, सिमरन तागे बारंबार गुर हित गए। भावली भगत भाए कौडी, अगर भाग राखे, ताहे गुर सर्व निधान दान देते हैं। सतगुर दयालित महिमा अगाध बोध। नमो 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 नमो, नेत नेत नित है गुर जैसा नाई को देव, गुर जैसा नाई को देव। जिस मस्तक भाग सुना सेव, लाग सेव, गुर जैसा नाई को देव, गुर जैसा नाई को देव। मस्तक भाग सुलाग सेव, सुलाग सेव, गुर जैसा नाई को देव, गुर जैसा नाई को देव, गुर जैसा नाई को देव। वाहिगुरु जी तेग बहादुर सिमरिया, कर नानक आवे ताय। सब ताई होए सहाय, सब ताई होए सहाय। प्रथम पकौती सिमर गए, गुरु नानक लैते आए। फिर अंगद गुर ते अमरदास, रामदास होए सहाय। हर जन हर गोबिंद नो, सिमरो श्री हर राय। श्री हर कृष्ण ते आए, जिस डिठे सब दुख जाए। तेग बहादुर सिमरिया, कर नानक आवे आए। सब थाई होए सहाय, सब थाई होए सहाय। तेग बहादुर सिमरिया, कर नानक आवे आए। सब थाई होए सहाय, सब थाई होए सहाय। सब थाई होए सहाय, सब थाई होए सहाय। सब थाई होए सहाय, सब थाई होए सहाय। तेग बहादुर सिमरिया, कर नानक आवे ताए। सब थाई होए सहाय, सब थाई होए सहाय। बड़ा तेरा दरबार, सच्चा तुझ तख्त। सिर शाह पातशाह, नेचल चौर छत। वड्डे वड्डा पर तेरा मर्तबा, रंग बरंगा लेकर जबन का तुबा। दिया अंदर जियो सबकी जान ला, सबकी तेरा बस तेरा घर भला। हीर करे नंद बधाई तुद कर, मान माता तेरे अपना आप जर। सर्व कला भरपूर दी सहज कथा, नानक दा संसार में आ गए बियोता। हीरा नाम सत है वाहे गुरु जी, वाहे गुरु
ਪੌੜੀ ਵੱਡੇ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨ ਜਾਪਨ ਕਰਤਬਾ, ਜੀਆਂ ਅੰਦਰ ਜੀਓ ਸਭ ਕੁਝ ਜਾਣ ਲਾ, ਸਭ ਕੁਝ ਤੇਰੇ ਵਸ ਤੇਰਾ ਘਰ ਭਲਾ, ਤੇਰੇ ਘਰ ਆਨੰਦ ਵਧਾਏ ਤੁਧ ਖਰ, ਮਾਨ ਮਹਤਾ ਤੇਜ ਆਪਣਾ ਆਪ ਜਰ, ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਰਸ਼ਨ ਦਾਸ ਤੁਧ ਆਗੇ ਬਿਨਵਤਾ, ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਤੋਏ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਾਈਆਂ ਵਾਟੇ ਧਰਮ ਹਦੂਰ, ਕਰਮੇ ਆਪੋ ਆਪਣੇ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੇ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ, ਪਦ ਪੰਕਜ, ਸਿਮਰੋ ਅੰਗਦ ਦੁਖ, ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ, ਗੁਰੂ ਅਰਜਨ ਬਿਘਨਨ ਕੇ, ਬਿਘਨਨ ਕੇ। ਹਰ ਗੋਬਿੰਦ ਸ਼ੁਭ ਮਤ, ਸ਼੍ਰੀ ਹਰਿ ਰਾਏ ਨਮੋ ਕਰ, ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਓ, ਤੇਗ ਬਹਾਦਰ ਪਰਮ ਕਿਰਪਾਲ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਤਰੋ ਤਰਾ ਪਰ ਪੁਨ ਪੁਨ
ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੇਲਾਹਾ ਲੈ ਗੇ ਦਰਬਾਰਾ ਅਬ ਚੱਲ ਪਾਇਓ ਆਨੰਦ ਅਪਾਰਾ। ਤਾਂ ਤੇ ਮਾਨੁਖ ਤਨ ਲਖ ਪੂੰਜੀ ਭਜਹੁ ਨਾਮ ਤਜ ਇੱਛਾ ਦੂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪਹਿ ਤਾਪ ਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵੈਛਲੋ ਅਨਾਥ ਨਾਥ ਜਗਤ ਗੁਰੂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਨੌਵੇਂ ਗੁਰਦੇਵ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਪੰਚਮੀ ਦੇ ਜੋੜ ਮੇਲਿਆਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵਡਭਾਗੀ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਦੁਰਲਭ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਅੱਜ ਮਹਾਰਾਜ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬਨਵਾਜ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਦਿਹਾੜਾ ਹੈ। ਅੱਜ ਦੇ ਦਿਨ ਗਰੀਬਨਵਾਜ ਕੀਰਤਪੁਰ ਸਾਹਿਬ ਜੀ ਦੀ ਪਵਿੱਤਰ ਪਾਵਨ ਧਰਤੀ ਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਾਲੇ ਪਵਿੱਤਰ ਸਥਾਨ ਤੇ ਜੋਤੀ ਜੋਤ ਸਮਾਏ। ਆਪਣੇ ਜੀਵਨ ਵਿੱਚ 4 ਜੰਗਾਂ ਲੜੀਆਂ, ਚੌਂ ਦੇ ਚੌਂ ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਨਮੁਖ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਗੁਰ ਸਿੱਖਾਂ ਨੂੰ ਪੀਰੀ ਦੇ ਸੰਕਲਪ ਨਾਲ ਮੇਰੀ ਦਾ ਸੰਕਲਪ ਦੇ ਕੇ ਨਿਵਾਜਿਆ। ਕਿਉਂਕਿ ਪਾਤਸ਼ਾਹ ਜਾਣਦੇ ਸਨ ਕਿ ਰਾਜ ਬਿਨਾਂ ਧਰਮ ਨਹੀਂ ਚੱਲਦਾ। ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤੋ ਰਾਜ ਚਾਹੀਦਾ ਹੈ, ਇਸ ਕਰਕੇ ਹਲੇਮੀ ਰਾਜ ਦਾ ਸੰਕਲਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਬਖਸ਼ਿਆ। ਸਮੇਂ ਦੀਆਂ ਸਰਕਾਰਾਂ ਨੂੰ ਇਹ ਗੱਲ ਹਜਮ ਨਹੀਂ ਹੋਈ। 4 ਵਾਰ ਮਹਾਰਾਜ ਜੀ ਤੇ ਫੌਜਾਂ ਭੇਜੀਆਂ, 4 ਵੇਰੀ ਮਹਾਰਾਜ ਜੀ ਨੇ ਜੰਗ ਕਰਕੇ ਫਤਿਹ ਪ੍ਰਾਪਤ ਕੀਤੀ। ਐਸੇ ਦੀਨ ਦਿਆਲ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਬੰਦੀ ਛੋੜ ਨੇ, ਪਰਉਪਕਾਰੀ ਨੇ, ਵੱਡ ਯੋਧੇ ਨੇ, ਬਲੀ ਨੇ, ਸੂਰਮੇ ਨੇ, ਤਿਨਾਂ ਦਾ ਅੱਜ ਜੋਤੀ ਜੋਤ ਦਿਵਸ ਦਿਹਾੜਾ ਹੈ। ਸਤਿਗੁਰਾਂ ਦੇ ਜੋਤੀ ਜੋਤ ਦਿਵਸ ਦਿਹਾੜੇ ਤੇ ਗੁਰਦੇਵ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ।
ਅੱਜ ਪੰਚਮੀ ਦੇ ਜੋੜ ਮੇਲ ਹਨ ਜੋ ਇਸ ਪਾਵਨ ਸਥਾਨ ਤੇ ਹਰ ਮਹੀਨੇ ਸਮੂਹ ਸੰਗਤਾਂ ਵੱਲੋਂ ਬੜੇ ਚਾਅ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਸਿੱਖ ਜਗਤ ਕਰਦਾ ਹੈ ਔਰ ਪੰਚਮੀ ਵਾਲੇ ਦਿਨ ਦੂਰੋਂ ਦਰੇਡਿਓਂ ਸੰਗਤਾਂ ਆ ਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ, ਜਿੱਥੇ ਇਸ਼ਨਾਨ ਕਰਕੇ ਗੁਰੂ ਕੀਆਂ ਖੁਸ਼ੀਆਂ ਮਾਣਦੇ ਹਨ, ਉੱਥੇ ਸਤਿਗੁਰਾਂ ਦੇ ਦਰਬਾਰਾਂ ਦੀਆਂ ਹਾਜ਼ਰੀਆਂ ਭਰਦੇ ਹਨ। ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਅੱਜ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸਜੇ ਹੋਏ ਨੇ। ਸਜੇ ਹੋਏ ਦੀਵਾਨਾਂ 'ਚ ਢਾਡੀ ਸਿੰਘਾਂ ਨੇ, ਕਵੀਸ਼ਰ ਸਿੰਘਾਂ ਨੇ, ਰਾਗੀ ਸਿੰਘਾਂ ਨੇ, ਗੁਰੂ ਘਰ ਦੇ ਪ੍ਰਚਾਰਕਾਂ ਕਥਾਕਾਰਾਂ ਨੇ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਜਸ ਸਮੂਹ ਸੰਗਤ ਨੂੰ ਸਰਵਣ ਕਰਵਾਇਆ ਹੈ। ਸੰਧਿਆ ਵੇਲੇ ਦਾ ਸਮਾਂ ਹੈ। ਇਹ ਸਮਾਂ ਸਤਿਗੁਰਾਂ ਦੇ ਪਾਵਨ ਸਥਾਨ ਤੇ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਹਿਲੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਨਮ ਸਾਖੀ ਆਪ ਜੀ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਿਤਾ ਕਲਿਆਣ ਦਾਸ ਜੀ ਮਹਿਤਾ ਕਾਲੂ ਜੀ ਨੂੰ ਪਾਵਨ ਉਪਦੇਸ਼ ਦੇ ਕੇ ਨਵਾਜਿਆ ਹੈ। ਜਿੱਥੇ ਸਾਰੇ ਸੰਸਾਰ ਦੇ ਪ੍ਰਾਣੀਆਂ ਨੂੰ ਆਤਮ ਗਿਆਨ ਦੀ ਸੋਝੀ ਬਖਸ਼ੀ ਹੈ, ਉੱਥੇ ਆਪਣੇ ਪਿਤਾ ਜੀ ਨੂੰ ਵੀ ਬ੍ਰਹਮ ਗਿਆਨ ਦੀ ਦਾਤ ਦੇ ਕੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਪਿਤਾ ਜੀ ਸਰਾਧ ਕਰ ਰਹੇ ਸਨ। ਸਤਿਗੁਰਾਂ ਪੁੱਛਿਆ, ਪਿਤਾ ਜੀ ਕੀ ਕਰਦੇ ਹੋ? ਕਹਿੰਦੇ ਜੀ ਸਰਾਧ ਕਰਦੇ ਆ, ਪਿਤਰਾਂ ਦੇ ਵਿੱਚ, ਪਿਤਰ ਲੋਕ ਵਿੱਚ ਪਿਤਰਾਂ ਨੂੰ ਇਹ ਭੋਜਨ ਪਹੁੰਚਦਾ ਹੈ। ਮਹਾਰਾਜ ਜੀ ਕਹਿੰਦੇ ਕਿ ਪਿਤਾ ਜੀ ਤੁਸੀਂ ਜਾਣਦੇ ਹੋ ਵੀ ਤੁਹਾਡੇ ਪਿਤਰ ਲੋਕ ਵਿੱਚ ਹੈਣ ਜਿਨ੍ਹਾਂ ਕੋਲੇ ਭੋਜਨ ਪਹੁੰਚਣਾ ਹੈ? ਕਹਿੰਦੇ ਨਹੀਂ। ਮਹਾਰਾਜ ਜੀ ਕਹਿਣ ਲੱਗੇ ਫਿਰ ਜਾ ਕੇ ਵੇਖ ਕੇ ਆਓ। ਗੁਰਦੇਵ ਨੇ ਕਿਰਪਾ ਕੀਤੀ, ਪਿਤਾ ਜੀ ਨੇ ਨੇਤਰ ਮੁੰਦੇ ਪਿਤਰ ਲੋਕ ਵਿੱਚ ਵੇਖਿਆ, ਸਾਰੇ ਪਿਤਰਾਂ ਦਾ ਉਧਾਰ ਹੋ ਚੁੱਕਾ ਹੈ। ਉਹਨਾਂ ਆਖਿਆ, ਪਟਵਾਰੀ ਸਾਹਿਬ ਅਹੋ ਭਾਗ ਨੇ ਤੁਹਾਡੇ ਗ੍ਰਹਿ ਵਿਖੇ ਪਾਰ ਬ੍ਰਹਮ ਪਰਮੇਸ਼ਰ ਨੇ ਪ੍ਰਕਾਸ਼ ਧਾਰਨ ਕੀਤਾ ਹੈ, ਜਿਨ੍ਹਾਂ ਦੇ ਪ੍ਰਕਾਸ਼ ਧਾਰਨੇ ਨਾਲ ਸਾਡੇ ਸਾਰਿਆਂ ਦੀ ਬੰਦ ਖਲਾਸੀ ਹੋ ਗਈ, ਅਸੀਂ ਸਾਰੇ ਮੁਕਤ ਹੋ ਗਏ ਹਾਂ। ਪਿਤਾ ਜੀ ਨੇ ਜਾਣਿਆ ਕਿ ਇਹ ਤਾਂ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਨੇਤਰ ਖੋਲ ਕੇ। ਮਹਾਰਾਜ ਜੀ ਭਜਨ ਬੰਦਗੀ ਦਾ ਉਪਦੇਸ਼ ਦੇ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣਾ ਧਿਆਨ ਜੋੜੀਏ। ਸੁਰਤੀਆਂ ਬਿਰਤੀਆਂ ਇਕਾਗਰ ਕਰਨ ਵਾਸਤੇ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ। ਸੇ ਲਾਹਾ ਲੈ ਗੇ ਦਰਬਾਰਾ। ਮਹਾਰਾਜ ਜੀ ਕਹਿੰਦੇ ਜਿਹੜੇ ਪਰਮੇਸ਼ਰ ਦਾ ਭਜਨ ਕਰਦੇ ਨੇ, ਸਵਾਸਾਂ ਦੀ ਪੂੰਜੀ ਨੂੰ ਪਰਮੇਸ਼ਰ ਦਾ ਭਜਨ ਕਰਦਿਆਂ ਖਰਚਦੇ ਨੇ, ਅਸਲ ਵਿੱਚ ਉਹੀ ਲਾਹਾ ਲੈ ਕੇ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਹਨ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਜਿਹੜੇ ਗੁਰਮੁਖ ਨੇ ਉਹ ਲਾਹਾ ਲੈਂਦੇ ਹਨ। ਆਮ ਕਰਕੇ ਸੰਸਾਰ ਦੇ ਲੋਕਾਂ ਦੀ ਵਿਰਤੀ ਹੈ, ਲਾਹਾ ਲੈਣ ਵਾਸਤੇ ਢਿੱਲ ਕਰਦੇ ਨੇ। ਜਿੱਧਰ ਤੋਟਾ ਹੈ, ਘਾਟਾ ਹੈ, ਉਸ ਪਾਸੇ ਨੱਠਦੇ ਨੇ, ਉਸ ਪਾਸੇ ਭਜਦੇ ਨੇ। ਗੁਰਮੁਖ ਲਾਹਾ ਲੈਂਦੇ ਹਨ। ਇਹ ਸੰਸਾਰ ਵਿੱਚ ਆਏ ਹੀ ਸੰਸਾਰ ਵਿੱਚ ਲਾਹਾ ਲੈਣ ਵਾਸਤੇ ਆ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ। ਇਹ ਸੰਸਾਰ ਦੇ ਵਿੱਚ ਹੈ ਸੱਜਣਾ ਤੂੰ ਲਾਹਾ ਲੈਣ ਆਇਆ ਪਰਮੇਸ਼ਰ ਦੇ ਭਜਨ ਦਾ। ਇਹੀ ਸਾਡੇ ਜੀਵਨ ਦਾ ਮਨੋਰਥ ਹੈ, ਪ੍ਰਯੋਜਨ ਹੈ। ਮਹਾਰਾਜ ਜੀ ਕਹਿੰਦੇ ਜਿਹੜੇ ਪਾਰ ਬ੍ਰਹਮ ਪਰਮੇਸ਼ਰ ਦਾ ਭਜਨ ਕਰਦੇ, ਅਕਾਲ ਪੁਰਖ ਦੀ ਬੰਦਗੀ ਕਰਦੇ ਹਨ, ਉਹ ਇਹ ਸੰਸਾਰ ਵਿੱਚੋਂ ਲਾਹਾ ਲੈ ਕੇ ਨਿਰੰਕਾਰ ਦੇ ਦਰਬਾਰ ਵਿੱਚ ਜਾਂਦੇ ਹਨ। ਅਬ ਚੱਲ ਪਾਇਓ ਆਨੰਦ ਅਪਾਰਾ। ਜਦੋਂ ਨਾਮ ਦਾ ਲਾਹਾ ਲੈ ਕੇ ਜਾਂਦੇ ਨੇ,
ਤਾਂ ਅਕਾਲ ਪੁਰਖ ਦੀ ਦਰਗਾਹ ਵਿੱਚ ਉਹਨਾਂ ਨੂੰ ਅਵਚਲ ਸੁਖ ਪ੍ਰਾਪਤ ਹੁੰਦਾ, ਜਿਹੜਾ ਸੁਖ ਕਦੇ ਚਲਾਏਮਾਨ ਨਹੀਂ ਹੁੰਦਾ। ਜਿਵੇਂ ਮਹਾਰਾਜ ਜੀ ਦਾ ਬਚਨ ਨਾ, ਕਹੋ ਨਾਨਕ ਨਿਹਚਲ ਕਰ ਬਾਂਧਿਓ ਗੁਰ ਕੀਓ ਬੰਧਾਨੀ। ਨਿਹਚਲ ਕਹਿੰਦੇ ਆ ਜਿਹੜਾ ਚਲਾਏਮਾਨ ਨਹੀਂ ਹੁੰਦਾ। ਦੁਨੀਆ ਦੇ ਸਾਰੇ ਟਿਕਾਣੇ ਚਲਾਏਮਾਨ ਨੇ, ਅਸੀਂ ਉੱਥੇ ਸदैवी ਨਹੀਂ ਰਹਿਣਾ। ਅਕਾਲ ਪੁਰਖ ਪਰਮੇਸ਼ਰ ਦੇ ਘਰ ਦੇ ਵਿੱਚ ਜਿਹੜਾ ਟਿਕਾਣਾ ਹੈ ਉਹ ਨਿਹਚਲ ਹੈ। ਉੱਥੇ ਇੱਕ ਵਾਰੀ ਕੋਈ ਪਹੁੰਚ ਜਾਏ ਫਿਰ ਉਹ ਚਲਾਏਮਾਨ ਨਹੀਂ ਹੁੰਦਾ, ਯਾਨੀ ਕਿ ਉਹਨੂੰ ਫਿਰ ਮੁੜ ਕੇ ਜਨਮ ਮਰਨ ਦੇ ਚੱਕਰਾਂ 'ਚ ਨਹੀਂ ਆਉਣਾ ਪੈਂਦਾ। ਮਹਾਰਾਜ ਜੀ ਕਹਿੰਦੇ ਜਿਹੜੇ ਨਾਮ ਦਾ ਲਾਹਾ ਲੈ ਲੈਂਦੇ ਹਨ ਉਹ ਅਚਲ ਪਦਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚ ਪ੍ਰਾਪਤ ਕਰਦੇ ਹਨ। ਤਾਂ ਤੇ ਮਾਨੁਖ ਤਨ ਲਖ ਪੂੰਜੀ। ਇਸ ਕਰਕੇ ਇਸ ਮਨੁੱਖੀ ਸਰੀਰ ਨੂੰ ਤੁਸੀਂ ਪੂੰਜੀ ਜਾਣੋ। ਇਹ ਪਰਮੇਸ਼ਰ ਦੀ ਦਿੱਤੀ ਹੋਈ ਸਾਨੂੰ ਪੂੰਜੀ ਹੈ। ਵਿਰਲੇ ਨੇ ਜਿਹੜੇ ਇਸ ਪੂੰਜੀ ਨਾਲ ਲਾਭ ਖੱਟਦੇ ਨੇ, ਬਹੁਤੇ ਆਪਣੀ ਇਸ ਪੂੰਜੀ ਨੂੰ ਖੁਆਰ ਹੀ ਕਰ ਜਾਂਦੇ ਨੇ ਸੰਸਾਰ ਵਿੱਚ। ਇਹ ਮਨੁੱਖੀ ਜਾਮਾ ਪਰਮੇਸ਼ਰ ਵੱਲੋਂ ਦਿੱਤਾ ਹੋਇਆ ਮਨੁੱਖ ਨੂੰ ਪੂੰਜੀ ਹੈ। ਭਜਹੁ ਨਾਮ ਤਜ ਇੱਛਾ ਦੂਜੀ। ਦੂਜੀਆਂ ਇੱਛਾਵਾਂ ਛੱਡ ਕੇ, ਦੂਜੀਆਂ ਆਸਾਂ ਛੱਡ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ। ਦੂਜੀ ਇੱਛਾ ਛੱਡ ਕੇ, ਯਾਨੀ ਕਿ ਦ્વੈਸ਼ ਭਾਵ ਛੱਡ ਕੇ, ਦੂਜੇ ਭਾਵ ਦੀ ਦੁਬਦਾ ਦੀ ਬਿਰਤੀ ਦਾ ਤਿਆਗ ਕਰਕੇ ਇੱਕ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ। ਸੁਨ ਉਪਦੇਸ਼ ਧੰਨ ਧੰਨ ਕਹਿਹੀ। ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਅੱਗੋਂ ਸਭ ਕਹਿੰਦੇ ਮਹਾਰਾਜ ਜੀ ਤੁਸੀਂ ਧੰਨ ਹੋ। ਹੇ ਗੁਰੂ ਨਾਨਕ ਸਾਹਿਬ ਤੁਸੀਂ ਧੰਨ ਹੋ, ਸਾਡੇ ਨਗਰ ਵਿੱਚ ਆਪ ਜੀ ਨੇ ਪ੍ਰਕਾਸ਼ ਧਾਰਿਆ ਹੈ। ਤੁਹਾਡੇ ਪ੍ਰਕਾਸ਼ ਧਾਰਨੇ ਨਾਲ ਅਸੀਂ ਸਾਰੇ ਨਨਕਾਣਾ ਵਾਸੀ ਪਵਿੱਤਰ ਹੋ ਗਏ ਹਾਂ, ਪਾਵਨ ਹੋ ਗਏ ਹਾਂ। ਮਹਾਪੁਰਖ ਪੂਰਨ ਇਹ ਹੀ। ਲੋਕ ਕਹਿੰਦੇ ਆ ਨਨਕਾਣਾ ਸਾਹਿਬ ਦੇ ਕਿ ਇਹ ਮਹਾਨ ਪੁਰਖ ਨੇ, ਇਹ ਅਕਾਲ ਪੁਰਖ ਨੇ, ਇਹ ਆਪ ਪਾਰ ਬ੍ਰਹਮ ਪਰਮੇਸ਼ਵਰ ਹਨ। ਜਿਨ ਮਾਨਿਓ ਪੁਨ ਕੀਨ ਕਮਾਵਨ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ, ਸੁਣ ਕੇ ਫਿਰ ਮੰਨੇ, ਮੰਨ ਕੇ ਫਿਰ ਕਮਾਈ ਕੀਤੀ। ਖਾਲਸਾ ਜੀ ਪਹਿਲਾ ਪੜਾਅ ਹੈ ਸੁਣਨਾ ਹੋਣਾ, ਤੁਸੀਂ ਬੈਠੇ ਸਾਰੇ ਸੁਣ ਰਹੇ ਹੋ। ਦੂਸਰਾ ਪੜਾਅ ਹੁੰਦਾ ਸੁਣ ਕੇ ਮੰਨਣ ਦਾ, ਫਿਰ ਉਹਨੂੰ ਮੰਨਣਾ ਵੀ ਹਾਂ ਇਹੀ ਸਹੀ ਹੈ ਜੋ ਕਿਹਾ ਜਾ ਰਿਹਾ ਹੈ। ਮੰਨਣ ਤੋਂ ਬਾਅਦ ਫਿਰ ਤੀਸਰਾ ਪੜਾਅ ਹੈ ਕਮਾਉਣ ਦਾ, ਕਿ ਉਹਦੇ ਮੁਤਾਬਕ ਫਿਰ ਚੱਲਣਾ, ਉਹਦੇ ਮੁਤਾਬਕ ਫਿਰ ਢਾਲਣਾ ਜੋ ਸੁਣਿਆ ਮੰਨਿਆ ਹੈ। ਮਹਾਰਾਜ ਜੀ ਦੇ ਬਚਨ ਜਿਨ੍ਹਾਂ ਨੇ ਸੁਣ ਕੇ ਮੰਨੇ ਹਨ, ਮੰਨ ਕੇ ਫਿਰ ਕਬਾਏ ਹਨ, ਤਿਨ ਹੀ ਲਹਿਓ ਪਰਮ ਪਦ ਪਾਵਨ। ਉਹਨਾਂ ਨੇ ਪਰਮ ਪਦਵੀ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ, ਉਹ ਪਰਮ ਪਦ ਨੂੰ ਪ੍ਰਾਪਤ ਹੋ ਗਏ। ਬਾਹਰ ਗਵਨ ਕੀ ਕਰ ਅਭਿਲਾਖਾ। ਹੁਣ ਸਤਿਗੁਰੂ ਜੀ ਨੇ ਨਨਕਾਣਾ ਸਾਹਿਬ ਜੀ ਤੋਂ ਚੱਲਣ ਦੀ ਅਭਿਲਾਖਾ ਕੀਤੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਇੱਥੋਂ ਚੱਲਣਾ ਚਾਹੁੰਦੇ ਆ। ਵੇਖੋ ਆਪਣੀਆਂ ਜ਼ਿੰਮੇਵਾਰੀਆਂ ਵੀ ਸਾਹਿਬ ਨਿਭਾਉਂਦੇ ਆ ਜੋ ਇੱਕ ਗ੍ਰਸਤੀ ਦੀ ਹੈ। ਮਾਤਾ ਪਿਤਾ ਜੀ ਸੱਚਖੰਡ ਗਏ ਨੇ, ਖੁਦ ਆਪ ਆਪਣੇ ਹੱਥੀਂ ਉਹਨਾਂ ਦੇ ਸਰੀਰ ਦੀ ਅੰਤਮ ਕਿਰਿਆ ਗੁਰੂ ਨਾਨਕ ਸਾਹਿਬ ਨੇ ਨਿਭਾਈ ਹੈ। ਆਪ ਸਾਰੀ ਮਰਿਆਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤੀ। ਐਸੇ ਦੀਨ ਦਿਆਲ ਨੇ ਗੁਰਦੇਵ। ਜਦੋਂ ਇਸ ਪਾਸਿਓਂ ਵਿਹਲੇ ਹੋਏ, ਹੁਣ ਮਹਾਰਾਜ ਜੀ ਨਨਕਾਣਾ ਸਾਹਿਬ ਤੋਂ ਅੱਗੇ ਹੋਰ ਜੀਵਾਂ ਦੇ ਭਲੇ ਵਾਸਤੇ ਜਾਣਾ ਚਾਹੁੰਦੇ ਹਨ। ਮੋਜ ਪੁਨ ਮਰਦਾਨੇ ਸੋ ਭਾਖਾ। ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਕਹਿਣ ਲੱਗੇ, ਚਲੋ ਅਬੈ ਤੀਰਥਨ ਕੋ ਦੇਖੈ। ਕਹਿਣ ਲੱਗੇ ਚਲੋ ਮਰਦਾਨਿਆਂ, ਭਾਈ ਬਾਲਾ ਜੀ ਆਪਾਂ ਚੱਲ ਕੇ ਜਿਹੜੇ ਹੋਰ ਤੀਰਥ ਨੇ ਉਹਨਾਂ ਤੀਰਥਾਂ ਦੀ ਯਾਤਰਾ ਕਰੀਏ, ਤੀਰਥਾਂ ਦਾ ਭਰਮਣ ਕਰੀਏ ਜਿਨ੍ਹਾਂ ਤੀਰਥਾਂ ਦੇ ਉੱਤੇ ਲੋਕ ਯਾਤਰਾ ਕਰਦੇ ਹਨ। ਜਹ ਮਾਨਵ ਹੋਇ ਜਾਤ ਵਿਸ਼ੇਖ ਹੈ। ਜਿੱਥੇ ਵਿਸ਼ੇਸ਼ ਕਰਕੇ ਲੋਕ ਤੀਰਥਾਂ ਤੇ ਜਾਂਦੇ ਨੇ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ, ਪਰ ਉਹਨਾਂ ਤੀਰਥਾਂ ਤੇ ਜਾ ਕੇ ਉਹ ਅਸਲ ਪ੍ਰਯੋਜਨ ਤੋਂ ਖੁੰਝੇ ਹੋਏ ਨੇ। ਤੀਰਥ ਯਾਤਰਾ ਕਰਦੇ ਨੇ, ਤੀਰਥਾਂ ਤੇ ਜਾਂਦੇ ਨੇ, ਪਰ ਜਿਹੜਾ ਪ੍ਰਯੋਜਨ ਹੈ ਉਹਦੇ ਤੋਂ ਖਾਲੀ ਹਨ।
ਉਹ ਮਨੋਰਥ ਤੇ ਪ੍ਰਯੋਜਨ ਉਹਨਾਂ ਨੂੰ ਜਾ ਕੇ ਸਮਝਾਈਏ। ਨਾਰਜ ਪਾਨ ਮੇਲ ਕਹਿ ਲਾਲੂ। ਚਾਚਾ ਲਾਲੂ ਜੀ ਜੋ ਗੁਰੂ ਨਾਨਕ ਸਾਹਿਬ ਦੇ ਚਾਚਾ ਜੀ ਹਨ, ਪਿਤਾ ਮਹਿਤਾ ਕਾਲੂ ਜੀ ਤੋਂ ਛੋਟੇ ਸਨ, ਭਰਾ ਸਨ ਉਹਨਾਂ ਦੇ। ਚਾਚਾ ਲਾਲੂ ਜੀ ਨੇ ਆਪਣੇ ਦੋਵੇਂ ਹੱਥ ਜੋੜੇ, ਹੱਥ ਜੋੜ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ, ਤਾਤ ਚੱਲੇ ਹਮਰੋ ਕਿਹ ਹਾਲੂ। ਕਹਿਣ ਲੱਗੇ, ਹੇ ਪੁੱਤਰ ਤੂੰ ਤਾਂ ਚੱਲਿਆ, ਹੁਣ ਸਾਡਾ ਕੀ ਹਾਲ ਹੋਵੇਗਾ ਤੁਹਾਡੇ ਟੁਰ ਗਿਆ। ਤੁਹਾਡੇ ਟੁਰ ਜਾਣ ਤੋਂ ਬਾਅਦ ਸਾਡੇ ਕੀ ਹਾਲਾਤ ਹੋਣਗੇ। ਝੂਠੋ ਜਗਤ ਸਾਚ ਧਰ ਆਪੂ। ਸਤਿਗੁਰੂ ਜੀ ਨੇ ਬਚਨ ਆਖਿਆ ਚਾਚਾ ਜੀ ਇਹ ਜਗਤ ਝੂਠਾ ਹੈ। ਝੂਠੇ ਜਗਤ ਨੂੰ ਮਨੁੱਖ ਸੱਚ ਕਰਕੇ ਸਮਝੀ ਬੈਠਾ ਹੈ। ਅਸੀਂ ਅੱਖਾਂ ਬੰਦ ਕਰਕੇ ਪੈਨੇ ਆ, ਸੁਪਨਾ ਆਉਂਦਾ ਹੈ। ਸੁਪਨਾ ਨੇਤਰ ਖੁੱਲਦਿਆਂ ਬਿਨਸ ਜਾਂਦਾ ਹੈ। ਨੇਤਰ ਜਿੰਨੇ ਚਿਰ ਬੰਦ ਨੇ ਉਦੋਂ ਤੱਕ ਸੁਪਨਾ ਹੈ, ਪਰ ਸੁਪਨਾ ਨੇਤਰ ਖੁੱਲਦਿਆਂ ਵਿਲੈ ਹੋ ਜਾਂਦਾ ਹੈ। ਇਸੇ ਤਰ੍ਹਾਂ ਆ ਜਿਹੜਾ ਬਾਹਰਲਾ ਜਗਤ ਹੈ ਇਹ ਵੀ ਸੁਪਨਾ ਹੈ, ਪਰ ਫਰਕ ਇੰਨਾ ਹੈ ਕਿ ਇਸ ਸੁਪਨੇ ਨੂੰ ਅਸੀਂ ਆਪਣੀਆਂ ਖੁੱਲੀਆਂ ਅੱਖਾਂ ਨਾਲ ਵੇਖ ਰਹੇ ਹਾਂ। ਅੱਖਾਂ ਬੰਦ ਕਰੋ ਤੇ ਇਹ ਵੀ ਤਾਂ ਖਤਮ ਹੋ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਉਹ ਸੁਪਨਾ ਜਿਹੜਾ ਸੁੱਤੇ ਪਿਆ ਵੇਖਦੇ ਆ, ਅੱਖਾਂ ਖੁੱਲਦੀਆਂ ਨੇ ਤੇ ਖਤਮ ਹੋ ਜਾਂਦਾ। ਇੱਕ ਆ ਸਾਰਾ ਸੰਸਾਰ ਜਿਹੜਾ ਵੇਖ ਰਹੇ ਆ ਇਹ ਖੁੱਲੀਆਂ ਅੱਖਾਂ ਨਾਲ ਵੇਖਣ ਵਾਲਾ ਸੁਪਨਾ ਹੈ। ਅੱਖਾਂ ਬੰਦ ਕਰਦੇ ਆ ਇਹ ਵੀ ਸਮਾਪਤ ਹੋ ਜਾਂਦਾ ਹੈ। ਇਹ ਵੀ ਸੁਪਨਾ, ਉਹ ਵੀ ਸੁਪਨਾ। ਉਸ ਸੁਪਨੇ ਦਾ ਸਾਨੂੰ ਬੋਧ ਹੈ ਕਿ ਉਹ ਸੁਪਨਾ ਹੈ, ਇਹਦਾ ਸਾਨੂੰ ਬੋਧ ਨਹੀਂ ਹੈ ਕਿ ਸੁਪਨਾ ਹੈ। ਇਸ ਸੁਪਨੇ ਨੂੰ ਹੀ ਅਸੀਂ ਸੱਚ ਕਰਕੇ ਸਮਝੀ ਬੈਠੇ ਹਾਂ। ਸੁਪਨੇ ਨੂੰ ਸੱਚ ਕਰਕੇ ਸਮਝਣ ਦਾ ਨਾਮ ਹੈ ਭਰਮ। ਇਸੇ ਨੂੰ ਮਹਾਂਪੁਰਸ਼ਾਂ ਨੇ ਭਰਮ ਕਿਹਾ। ਔਰ ਇਹ ਭਰਮ ਗੁਰੂ ਦੀ ਕਿਰਪਾ ਤੋਂ ਬਿਨਾਂ ਦੂਰ ਨਹੀਂ ਹੁੰਦਾ। ਬਿਨ ਨਾਮੈ ਭਰਮ ਨਾ ਜਾਈ। ਬਿਨਾਂ ਸਤਿਗੁਰਾਂ ਦੇ ਦਿੱਤੇ ਅੰਮ੍ਰਿਤ ਨਾਮ ਦੀ ਕਮਾਈ ਤੋਂ ਇਸ ਭਰਮ ਦੀ ਨਿਰਵਿਰਤੀ ਨਹੀਂ ਹੁੰਦੀ। ਸਿਮਰ ਨਾਮ ਨਹਿ ਸੋਗ ਕਦਾਪੂ। ਮਹਾਰਾਜ ਜੀ ਕਹਿੰਦੇ, ਚਾਚਾ ਜੀ ਇਹ ਸੰਸਾਰ ਨਾਸ਼ਵਾਨ ਹੈ। ਪਰਮੇਸ਼ਰ ਦਾ ਸਿਮਰਨ ਕਰੋ। ਜਿਹੜੇ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਕਦੇ ਸੋਗ ਨਹੀਂ ਵਿਆਪਦਾ। ਉਹ ਕਦੇ ਕਿਸੇ ਸੋਗ ਕਰਕੇ, ਕਦੇ ਕਿਸੇ ਦੁੱਖ ਕਰਕੇ ਵਿਆਪਕ ਨਹੀਂ ਹੁੰਦੇ। ਦੋਹਰਾ ਜਾਫਲ ਸਤਿਗੁਰ ਬਚਨ ਕਰ, ਮੋਹ ਸੰਨ ਕਰ ਨਾਸ਼। ਖਾਲਸਾ ਜੀ ਇੱਕ ਬਿਮਾਰੀ ਹੁੰਦੀ ਹੈ, ਉਹਨੂੰ ਬੇਹੋਸ਼ੀ ਦੀ ਬਿਮਾਰੀ ਕਹਿੰਦੇ, ਵੀ ਬੇਹੋਸ਼ੀ ਹੋ ਜਾਣੀ। ਪੁਰਾਤਨ ਸਮਿਆਂ ਵਿੱਚ ਉਹਦਾ ਇਲਾਜ ਹੁੰਦਾ ਸੀ ਜਾਇਫਲ। ਜਾਇਫਲ ਹੁੰਦਾ ਇੱਕ ਦਾਣੇ ਆਕਾਰ ਦਾ, ਜਿਹੋ ਜਿਹਾ ਛੁਹਾਰਾ ਹੁੰਦਾ ਉਹਦੇ ਵਰਗਾ। ਉਹਦੀ ਤਾਸੀਰ ਬੜੀ ਗਰਮ ਹੁੰਦੀ ਹੈ। ਆਮ ਕਰਕੇ ਸਿਆਲਾਂ ਵਿੱਚ, ਸਰਦੀਆਂ ਵਿੱਚ ਉਹਦੀ ਵਰਤੋਂ ਕੀਤੀ ਜਾਂਦੀ ਹੈ। ਆਯੁਰਵੈਦਿਕ ਦਵਾਈਆਂ ਵਿੱਚ ਉਹਦੀ ਵਰਤੋਂ ਕੀਤੀ ਜਾਂਦੀ ਹੈ। ਜਾਇਫਲ ਕਹਿ ਦਿੰਦੇ ਆ, ਜਾਫਲ ਕਹਿ ਦਿੰਦੇ ਆ। ਉਹਦੀ ਵਰਤੋਂ ਹੁੰਦੀ ਸੀ ਜਦੋਂ ਕੋਈ ਬੇਹੋਸ਼ ਹੁੰਦਾ ਸੀ ਤੇ ਉਹਦੇ ਪੈਰਾਂ ਤੇ ਤਲੀਆਂ ਤੇ ਉਹਨੂੰ ਚਸਦੇ, ਜਾਂ ਉਹ ਖਵਾਇਆ ਜਾਂਦਾ ਤੇ ਉਹ ਹੋਸ਼ ਵਿੱਚ ਆ ਜਾਂਦਾ ਸੀ। ਉਹਦੀ ਉਦਾਹਰਣ ਦੇ ਰਹੇ ਨੇ ਇੱਥੇ ਮਹਾਕਵੀ ਜੀ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਨੇ ਨਾ, ਇਹ ਜਾਇਫਲ ਹੈ। ਤੇ ਜਿਹੜੀ ਮੋਹ ਦੀ ਨੀਂਦ ਹੈ, ਮੋਹ, ਉਹ ਹੈ ਬੇਹੋਸ਼ੀ। ਮੋਹ ਤੇ ਮਮਤਾ ਦੀ ਬੇਹੋਸ਼ੀ ਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦੇ ਬਚਨ ਉਹ ਜਾਇਫਲ ਦਾ ਕੰਮ ਕਰਦੇ ਹਨ। ਮੋਦ ਕੰਠ ਧਰ ਕਹਿਤ ਭਾ, ਤਾਤ ਖੇਲ ਜਹ ਆਸ। ਇੱਕਦਮ ਚਾਚੇ ਲਾਲੂ ਦੇ ਅੰਦਰੋਂ ਮੋਹ ਦਾ ਪਰਦਾ ਦੂਰ ਕਰਤਾ ਸਤਿਗੁਰਾਂ ਨੇ। ਜਿਵੇਂ ਜਾਇਫਲ ਨਾਲ ਬੇਹੋਸ਼ੀ ਦੂਰ ਹੋ ਜਾਂਦੀ ਹੈ ਨਾ, ਏਦਾਂ ਗੁਰੂ ਸਾਹਿਬ ਦੇ ਬਚਨਾਂ ਨਾਲ ਚਾਚੇ ਲਾਲੂ ਦੇ ਅੰਦਰੋਂ ਮੋਹ ਦਾ ਪਰਦਾ ਦੂਰ ਹੋ ਗਿਆ। ਉਹੀ ਚਾਚਾ ਲਾਲੂ ਜਿਹੜਾ ਕੁਝ ਸਮਾਂ ਪਹਿਲਾਂ ਕਹਿ ਰਿਹਾ ਸੀ, ਪੁੱਤਰ ਨਾਨਕ ਤੇਰੇ ਬਿਨਾਂ ਕਿਵੇਂ ਰਵਾਂਗੇ, ਉਹੀ ਚਾਚਾ ਲਾਲੂ ਹੁਣ ਕਹਿਣ ਲੱਗਾ, ਹੇ ਨਾਨਕ ਜਿੱਥੇ ਤੇਰੀ ਇੱਛਾ ਹੈ ਤੂੰ ਸੁਤੰਤਰ ਹੋ ਕੇ ਵਿਚਰ। ਜਿੱਥੇ ਤੇਰੀ ਇੱਛਾ ਹੈ ਤੂੰ ਉੱਥੇ ਹੀ ਖੇਡ। ਜਿੱਥੇ ਤੇਰੇ ਜਾਣ ਦੇ ਮਨ ਦੀ ਕਾਂਖਾ ਹੈ ਉੱਥੇ ਜਾਓ। ਚੌਪਈ
ਸੁਨ ਸ਼੍ਰੀ ਅੰਗਦ ਧਾਰਿਓ ਮੰਗਾ। ਇਹ ਕਥਾ ਭਾਈ ਸਾਹਿਬ ਭਾਈ ਬਾਲਾ ਜੀ ਸੁਣਾ ਰਹੇ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ। ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ ਕਿਰਪਾ ਕਰਕੇ ਸੁਣੋ। ਮੁਝ ਮਰਦਾਨੇ ਕੋ ਲੀਏ ਸੰਗਾ। ਸਤਿਗੁਰੂ ਜੀ ਨੇ ਮੈਨੂੰ ਤੇ ਭਾਈ ਮਰਦਾਨੇ ਨੂੰ ਦੋਨਾਂ ਨੂੰ ਆਪਣੇ ਨਾਲ ਲੈ ਲਿਆ ਮਿਲ ਸਭ ਸੋ ਕੀਨੋ ਪ੍ਰਸਥਾਨਾ। ਔਰ ਸਾਨੂੰ ਨਾਲ ਲੈ ਕੇ ਸਾਰੇ ਨਗਰ ਨਿਵਾਸੀਆਂ ਨੂੰ ਮਿਲੇ। ਸਭ ਨੂੰ ਮਿਲ ਕੇ ਸਤਿਗੁਰੂ ਜੀ ਨੇ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਤੋਂ ਸੱਚੇ ਪਾਤਸ਼ਾਹ ਜੀ ਚੱਲੇ। ਜੀਤਨ ਦੰਬੀ ਜੇ ਅਗਿਆਨਾ। ਪਖੰਡੀਆਂ ਨੂੰ ਜਿੱਤਣ ਵਾਸਤੇ, ਜਿਹੜੇ ਅਗਿਆਨੀ ਸਨ, ਜਿਹੜੇ ਅਗਿਆਨਤਾ ਵਸ ਹੋ ਕੇ ਪਖੰਡ ਕਰ ਰਹੇ ਸੀ, ਉਹਨਾਂ ਪਖੰਡੀਆਂ ਨੂੰ ਜਿੱਤਣ ਵਾਸਤੇ ਸਤਿਗੁਰੂ ਜੀ ਚੱਲੇ ਹਨ। ਕਬਿਤ ਦੇਗ ਬੇਜਾ ਹੇਤ ਸਾਜ ਬੇਦੀ ਕੁਲ ਕੇਤ ਦਲ। ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅਲੰਕਾਰ ਬੰਧ ਰਹੇ ਨੇ ਮਾਂ ਕਵੀ ਜੀ। ਇਹ ਅਲੰਕਾਰ ਬੰਧ ਰਹੇ ਨੇ ਇੱਕ ਕਿਸੇ ਯੋਧੇ ਦਾ ਅਲੰਕਾਰ, ਸੂਰਮੇ ਦਾ ਅਲੰਕਾਰ। ਕਹਿੰਦੇ ਦਿਸ਼ਾਵਾਂ ਨੂੰ ਜਿੱਤਣ ਵਾਸਤੇ ਦਿਗ ਬੇਜਾ ਹੇਤ, ਜਿਹੜੀਆਂ ਚਾਰੇ ਪਾਸੇ ਦਿਸ਼ਾਵਾਂ 10 ਦਿਸ਼ਾਵਾਂ, ਉਹਨਾਂ ਨੂੰ ਵਿਜੇ ਕਰਨ ਲਈ ਜਿੱਤਣ ਵਾਸਤੇ ਬੇਦੀਆਂ ਦੇ ਕੁੱਲ ਦੇ ਕੇਤੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਾਜ਼ ਬਣਾਇਆ ਹੈ। ਚਲੇ ਦੰਬ ਦਲ ਬੇਕੋ ਦਲਨ ਬਿਦਾਰਿਆ। ਪਖੰਡ ਨੂੰ ਦਲਣ ਵਾਸਤੇ ਜਿਵੇਂ ਸੂਰਮਾ ਚੜ੍ਹਾਈ ਕਰਦਾ ਨਾ ਕੋਈ ਦੁਸ਼ਮਣ ਨੂੰ ਜਿੱਤਣ ਲਈ, ਗੁਰੂ ਨਾਨਕ ਸਾਹਿਬ ਨੇ ਚੜ੍ਹਾਈ ਕੀਤੀ ਹੈ। ਮਹਾਰਾਜ ਜੀ ਨੇ ਹਮਲਾ ਕੀਤਾ ਕਿਹਦੇ ਤੇ? ਪਖੰਡ ਦਾ ਨਾਸ਼ ਕਰਨ ਵਾਸਤੇ, ਦੰਬੀਆਂ ਨੂੰ, ਪਖੰਡੀਆਂ ਨੂੰ ਬਿਦਾਰਨ ਵਾਸਤੇ ਮਹਾਰਾਜ ਗੁਰੂ ਨਾਨਕ ਸਾਹਿਬ ਚੱਲੇ ਹਨ। ਭਗਤ ਕੀ ਕੇਤ ਪਟ ਪ੍ਰੇਮ ਕੇ ਸੁਮੇਤ ਕਰ। ਹੁਣ ਜਦੋਂ ਕੋਈ ਫੌਜ ਦਾ ਸੈਨਾਪਤੀ ਚੜ੍ਹਦਾ, ਉਹਦੇ ਨਾਲ ਨਿਸ਼ਾਨ ਸਾਹਿਬ ਹੁੰਦਾ, ਉਹਦੇ ਨਾਲ ਨਗਾਰਾ ਹੁੰਦਾ, ਉਹਦੇ ਨਾਲ ਤਲਵਾਰ ਹੁੰਦੀ ਹੈ, ਉਹਦੇ ਤਨ ਤੇ ਸੰਜੋਹ ਹੁੰਦੀ ਹੈ, ਉਹਦੇ ਕੋਲ ਫੌਜਾਂ ਹੁੰਦੀਆਂ ਨੇ। ਇਹ ਸਾਰਾ ਕੁਝ ਹੁੰਦਾ ਨਾ ਇੱਕ ਯੋਧੇ ਦੇ ਪਾਸ ਜਦੋਂ ਚੜ੍ਹਾਈ ਕਰਦਾ। ਗੁਰੂ ਨਾਨਕ ਸਾਹਿਬ ਕੋਲ ਨਿਸ਼ਾਨ ਸਾਹਿਬ ਕਿਹੜਾ? ਕਹਿੰਦੇ ਗੁਰੂ ਨਾਨਕ ਸਾਹਿਬ ਦੇ ਕੋਲ ਜਿਹੜਾ ਨਿਸ਼ਾਨ ਹੈ ਉਹ ਹੈ ਭਗਤੀ ਦਾ ਨਿਸ਼ਾਨ। ਗੁਰੂ ਨਾਨਕ ਸਾਹਿਬ ਦੇ ਘਰ ਦਾ ਨਿਸ਼ਾਨ ਭਗਤੀ ਦਾ ਨਿਸ਼ਾਨ ਹੈ। ਭਗਤੀ ਦਾ ਨਿਸ਼ਾਨ ਕਹਿੰਦੇ ਉਹ ਝੂਲ ਰਿਹਾ। ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ। ਭਗਤੀ ਦਾ ਨਿਸ਼ਾਨ ਦੇ ਉੱਤੇ ਕੱਪੜਾ ਨਹੀਂ ਚੜਿਆ ਹੁੰਦਾ। ਆਪਣੇ ਨਿਸ਼ਾਨ ਸਾਹਿਬਾਂ ਦੇ ਉੱਤੇ ਕੇਸਰੀ ਰੰਗ ਦਾ, ਸੁਰਮਈ ਰੰਗ ਦਾ ਇਹ ਵਸਤਰ ਚੜਿਆ ਹੁੰਦਾ। ਰਹਿਤ ਮਰਿਆਦਾ ਵਿੱਚ ਬਚਨ ਆਉਂਦੇ ਆ ਸਿੱਖ ਰਹਿਤ ਮਰਿਆਦਾ ਵਿੱਚ ਕਿ 2 ਪ੍ਰਕਾਰ ਦੇ 2 ਰੰਗਾਂ ਦੇ ਨਿਸ਼ਾਨ ਸਾਹਿਬ ਗੁਰੂ ਘਰਾਂ 'ਚ ਝੂਲ ਸਕਦੇ ਆ। ਇੱਕ ਸੁਰਮਈ, ਦੂਸਰਾ ਕੇਸਰੀ। ਤੇ ਕਹਿੰਦੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਨਿਸ਼ਾਨ ਹੈ ਇਹ ਭਗਤੀ ਦਾ ਨਿਸ਼ਾਨ ਹੈ ਔਰ ਇਹਦੇ ਤੇ ਪ੍ਰੇਮ ਦਾ ਕੱਪੜਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦੇ ਤੇ ਪ੍ਰੇਮ ਦਾ ਬਸਤਰ ਹੈ। ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪਤ ਮੇਰੀ। ਪ੍ਰੇਮ ਪਟੋਲਾ, ਪਟੋਲਾ ਕਹਿੰਦੇ ਆ ਬਸਤਰ ਨੂੰ ਜਿਹੜਾ ਰੇਸ਼ਮ ਦਾ ਕੱਪੜਾ ਹੋਵੇ। ਕਹਿੰਦੇ ਪ੍ਰੇਮ ਰੂਪੀ ਬਸਤਰ ਹੈ ਉਹਦੇ ਤੇ ਚੜਿਆ ਹੋਇਆ। ਕੀਰਤ ਨਿਸ਼ਾਨੋ ਕਹਿਰਾਨੋ ਕੰਨ ਭਾਰਿਆ। ਖਾਲਸਾ ਜੀ ਫਿਰ ਨਗਾਰਾ ਵੀ ਹੁੰਦਾ ਨਾਲ। ਗੁਰੂ ਨਾਨਕ ਸਾਹਿਬ ਜੀ ਜਦੋਂ ਚੜ੍ਹਾਈ ਕੀਤੀ ਹੈ ਨਿਸ਼ਾਨ ਤਾਂ ਦੱਸ ਦਿੱਤਾ, ਹੁਣ ਨਗਾਰਾ ਕਿਹੜਾ? ਨਗਾਰਾ ਹੈ ਪਰਮੇਸ਼ਰ ਦੀ ਕੀਰਤੀ ਦਾ। ਅਕਾਲ ਪੁਰਖ ਦਾ ਜਿਹੜਾ ਕੀਰਤਨ ਹੈ ਇਹ ਗੁਰੂ ਨਾਨਕ ਸਾਹਿਬ ਦੇ ਨਾਲ ਨਗਾਰਾ ਵੱਜ ਰਿਹਾ। ਐਸਾ ਨਗਾਰਾ ਜਿਹਦੀ ਆਵਾਜ਼ ਬੱਦਲਾਂ ਦੀ ਗੜਗੜਾਹਟ ਨਾਲੋਂ ਵੀ ਗਹਿਰੀ ਹੈ। ਗਿਆਨ ਕੋ ਖੜਗ ਧਾਰ ਜੁਗਤ ਕਮਾਨ ਕਰ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਗਾਤਰੇ ਵਿੱਚ ਜਿਹੜੀ ਕਿਰਪਾਨ ਹੈ ਉਹ ਗਿਆਨ ਦੀ ਕਿਰਪਾਨ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਗੁਰੂ ਨਾਨਕ ਸਾਹਿਬ ਵੀ ਕਿਰਪਾਨ ਧਾਰੀ ਨੇ। ਇਹ ਨਹੀਂ ਕਿ ਕਿਰਪਾਨ ਮਹਾਰਾਜ ਕੱਲੇ 6ਵੇਂ ਪਾਤਸ਼ਾਹ ਨੇ ਪਾਈ ਹੈ। ਕਿਰਪਾਨ ਗੁਰੂ ਨਾਨਕ ਸਾਹਿਬ ਦੇ ਗਾਤਰੇ ਵਿੱਚ ਵੀ ਹੈ। ਇਸ ਕਿਰਪਾਨ ਦਾ ਨਾਮ ਹੈ ਗਿਆਨ ਦੀ ਖੜਗ। ਇਹ ਗਿਆਨ ਦੀ ਖੜਗ, ਗਿਆਨ ਦੀ ਕਿਰਪਾਨ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਾਰੀ ਹੈ। ਤੇ ਜਿਹੜੀ 6ਵੇਂ ਪਾਤਸ਼ਾਹ ਦੀ ਕਿਰਪਾਨ ਹੈ ਉਹ ਵੀ ਗਿਆਨ ਹੀ ਦਿੰਦੀ।
ਉਹ ਜ਼ਾਲਮਾਂ ਨੂੰ ਗਿਆਨ ਦਿੰਦੀ ਹੈ ਵੀ ਬੰਦੇ ਦੇ ਪੁੱਤ ਬਣ ਜਾਓ, ਨਹੀਂ ਤਾਂ ਆ ਵੀ ਖੜੀ ਹੈ ਸਾਹਮਣੇ ਤੁਹਾਨੂੰ ਰੋਕਣ ਵਾਸਤੇ। ਗਿਆਨ ਉਹ ਵੀ ਦਿੰਦੀ ਹੈ, ਸਿੰਘ ਦੇ ਗਾਤਰੇ 'ਚ ਪਈ ਕਿਰਪਾਨ ਵੀ ਗਿਆਨ ਦਿੰਦੀ ਹੈ। ਇਹ ਜ਼ੁਲਮ ਦੇ ਖਿਲਾਫ ਹੈ, ਜਰਵਾਣਿਆਂ ਦੇ ਖਿਲਾਫ ਹੈ, ਅਨੀਤੀਆਂ ਦੇ ਖਿਲਾਫ ਹੈ, ਕੁਰੀਤੀਆਂ ਦੇ ਖਿਲਾਫ ਹੈ। ਤੋ ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਗਾਤਰੇ ਵਿੱਚ ਗਿਆਨ ਕੋ ਖੜਗ ਧਾਰ, ਗਿਆਨ ਦੀ ਕਿਰਪਾਨ ਹੈ, ਜੁਗਤ ਕਮਾਨ ਕਰ। ਤੇ ਗੁਰੂ ਨਾਨਕ ਸਾਹਿਬ ਦੇ ਕੋਲ ਕਮਾਨ ਵੀ ਹੈ। ਕਮਾਨ ਤਨਖ ਹੁੰਦਾ ਨਾ, ਕਿਹੜੀ ਕਮਾਨ ਹੈ? ਜੁਗਤੀਆਂ। ਵੀ ਗਿਆਨ ਜੁਗਤੀ ਨਾਲ ਕਿਹਾ ਜਾਂਦਾ ਨਾ, ਜਿਵੇਂ ਆ ਕਥਾ ਹੋ ਰਹੀ ਹੈ ਗਿਆਨਮਈ, ਜੁਗਤੀਆਂ ਉਕਤੀਆਂ ਨਾਲ ਹੀ ਬਿਆਨ ਹੁੰਦੀ ਹੈ ਨਾ। ਜਿਹੜੀਆਂ ਗੁਰੂ ਨਾਨਕ ਸਾਹਿਬ ਦੀਆਂ ਬਾਤਾਂ ਜੁਗਤੀਆਂ ਨਾਲ ਬਿਆਨ ਹੁੰਦੀਆਂ ਨੇ, ਉਹ ਜਿੰਨੀ ਜੁਗਤ ਹੈ ਨਾ ਗੁਰੂ ਨਾਨਕ ਸਾਹਿਬ ਦੀ, ਉਹ ਹੈ ਤਨਖ, ਉਹ ਹੈ ਕਮਾਨ। ਨਾਨਾ ਦ੍ਰਿਸ਼ਟਾਂਤ ਲੀਨ ਸ਼ਿਲੀ ਮੁਖ ਧਾਰਿਆ। ਜਿਹੜੇ ਨਾਨਾ ਪ੍ਰਕਾਰ ਦੇ ਦ੍ਰਿਸ਼ਟਾਂਤ ਦਿੱਤੇ ਨੇ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੁਆਰਾ। ਦ੍ਰਿਸ਼ਟਾਂਤ ਨਹੀਂ ਦਿੰਦੇ ਸਤਿਗੁਰੂ ਜੀ, ਉਦਾਹਰਨਾਂ ਦਿੰਦੇ ਐ, ਪ੍ਰਮਾਣ ਦਿੰਦੇ ਐ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲਲਾ। ਪੱਕਾ ਰੋਗੀ ਦ੍ਰਿਸ਼ਟਾਂਤ ਦਿੱਤਾ ਨਾ, ਵੀ ਜਿਵੇਂ ਪੱਕੇ ਰੋਗੀ ਵਾਂਗੂ। ਏਦਾਂ ਜਿਹੜੇ ਇਹ ਪ੍ਰਮਾਣ ਨੇ, ਇਹਨਾਂ ਨੂੰ ਦ੍ਰਿਸ਼ਟਾਂਤ ਕਹਿੰਦੇ ਆ। ਇਹ ਜਿਹੜੇ ਦ੍ਰਿਸ਼ਟਾਂਤ ਨੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਵਿੱਚ, ਇਹ ਸਿਲੀਮੁਖ ਨੇ। ਸਿਲੀਮੁਖ ਕਹਿੰਦੇ ਨੇ ਤੀਰਾਂ ਨੂੰ। ਇਹ ਤਿੱਖੇ ਤੀਰ ਨੇ ਅਣੀਆਂ ਵਾਲੇ। ਜਹਾਂ ਡੇਢ ਕੋਟ ਤਾਹਾਂ ਕਰਾਮਾਤ ਤੋਪ ਸੰਗ। ਹੁਣ ਜਦੋਂ ਸੂਰਮੇ ਚੜੇ ਨੇ ਗੁਰੂ ਨਾਨਕ ਸਾਹਿਬ, ਇਹ ਤਾਂ ਨਹੀਂ ਵੀ ਹਰ ਜਗ੍ਹਾ ਦੇ ਉੱਤੇ ਮੈਦਾਨ 'ਚ ਹੀ ਮਿਲਦੇ ਸੀ ਬੰਦੇ। ਉਹ ਤਾਂ ਮੁਕਤ, ਉਹ ਤਾਂ ਮਹਾਰਾਜ ਜੀ ਨੇ ਜਿੱਤ ਲਏ। ਕਈ ਵਾਰੀ ਵੱਡੇ ਵੱਡੇ ਕਿਲਿਆਂ ਵਾਲੇ ਆ ਗਏ, ਹੁਣ ਕਿਲੇ ਵੀ ਜਿੱਤਣੇ ਸੀ। ਕਹਿੰਦੇ ਜਿਹੜੇ ਵੱਡੇ ਵੱਡੇ ਕਰਾਮਾਤੀ ਸਨ, ਵਲੀ ਕੰਧਾਰੀ ਵਰਗੇ, ਨੂਰ ਸ਼ਾਹ ਜਾਦੂਗਰਨੀਆਂ ਵਰਗੀਆਂ, ਜਿਹੜੇ ਕਰਾਮਾਤੀ ਸੀ, ਉਹ ਜਿਹੜੇ ਕਰਾਮਾਤੀ ਲੋਕ ਸੀ, ਉਹ ਇਦਾਂ ਕਹਿ ਲਈਏ ਵੀ ਉਹ ਵੱਡੇ ਵੱਡੇ ਕਿਲਿਆਂ ਦੇ ਸਮਾਨ ਸਨ। ਢਾਹੇ ਕੇ ਮੈਦਾਨ ਕੀਨ ਮਿਲੇ ਅਰ ਹਾਰਿਆ। ਉਹ ਜਿਹੜੇ ਕਿਲਿਆਂ ਦੇ ਸਮਾਨ ਸੀ ਨਾ ਵੱਡੇ ਵੱਡੇ, ਉਹਨਾਂ ਨੂੰ ਸਤਿਗੁਰੂ ਜੀ ਨੇ ਆਪਣੀ ਅਜ਼ਮਤ ਦੇ ਤੋਪ ਦੇ ਗੋਲਿਆਂ ਨਾਲ ਉਹਨਾਂ ਕਿਲਿਆਂ ਨੂੰ ਤੋੜ ਕੇ ਮੈਦਾਨ ਬਣਾ ਕੇ ਰੱਖ ਦਿੱਤਾ। ਜਿਹੜੇ ਵੱਡੇ ਵੱਡੇ ਕਰਾਮਾਤੀ ਅੜੇ ਸੀ ਨਾ ਸਤਿਗੁਰਾਂ ਦੇ ਸਾਹਮਣੇ ਕਿਲਿਆਂ ਸਮਾਨ, ਮਹਾਰਾਜ ਜੀ ਨੇ ਆਪਣੀ ਅਜ਼ਮਤ ਨਾਲ, ਆਪਣੀ ਕਲਾ ਨਾਲ, ਆਪਣੀ ਕਰਾਮਾਤ ਦੇ ਤੋਪ ਦੇ ਗੋਲਿਆਂ ਨਾਲ ਉਹਨਾਂ ਵੱਡਿਆਂ ਵੱਡਿਆਂ ਕਿਲਿਆਂ ਨੂੰ ਤੋੜ ਕੇ ਮੈਦਾਨ ਬਣਾ ਕੇ ਰੱਖ ਦਿੱਤਾ, ਔਰ ਉਹਨਾਂ ਤੇ ਵੀ ਜਿੱਤ ਪ੍ਰਾਪਤ ਕਰ ਲਈ। ਕਬਿਤ ਸਤਨਾਮ ਸਿਮਰਨ ਪਹਿਰ ਸਨਾਹ ਤਨ। ਗੁਰੂ ਨਾਨਕ ਸਾਹਿਬ ਨੇ ਸੰਜੋ ਵੀ ਪਾਈ ਹੈ ਸਰੀਰ ਤੇ। ਪਾਤਸ਼ਾਹ ਨੇ ਜਿੱਥੇ ਸੰਜੋ ਆਪ ਪਾਈ ਹੈ, ਸਾਨੂੰ ਵੀ ਦਿੱਤੀ ਹੈ। ਐ ਗੁਰਸਿੱਖੋ, ਇਹ ਸੰਜੋ ਤੁਸੀਂ ਵੀ ਪਾਓ ਸਰੀਰ ਤੇ। ਸੰਜੋ ਆਪਾਂ ਕਹਿ ਦਿੰਨੇ ਆ, ਅੱਜ ਕੱਲ ਕਹਿ ਦਿਆਂਗੇ ਬੁਲਟ ਪ੍ਰੂਫ ਜੈਕਟਾਂ ਨਹੀਂ ਹੁੰਦੀਆਂ, ਪਹਿਲਾਂ ਫੁਲਾਦ ਦੀਆਂ ਬਣੀਆਂ ਸੰਜੋਆਂ ਹੁੰਦੀਆਂ ਸੀ, ਲੋਹੇ ਦੇ ਕੱਪੜੇ ਹੁੰਦੇ ਸੀ, ਬਖਤਰ ਸਰੀਰ ਤੇ ਪਾਉਣੇ ਕਿ ਕੋਈ ਤਲਵਾਰ, ਕੋਈ ਗੋਲੀ ਸਰੀਰ ਨੂੰ ਨਾ ਵੱਜੇ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਸੰਜੋ ਪਾਈ ਹੈ ਨਾ, ਉਹ ਕਿਹੜੀ ਹੈ ਭਲਾ? ਗੁਰੂ ਨਾਨਕ ਸਾਹਿਬ ਨੇ ਜਿਹੜੀ ਸੰਜੋ ਪਾਈ ਹੈ, ਉਹ ਹੈ ਪਰਮੇਸ਼ਰ ਦੇ ਸੱਚੇ ਨਾਮ ਦੀ ਸੰਜੋ। ਆਪ ਹੀ ਨਹੀਂ ਪਾਈ, ਇਹ ਸਤਿਗੁਰਾਂ ਨੇ ਸਾਨੂੰ ਵੀ ਬਖਸ਼ੀ। ਦੁਬਾਰਾ ਪੜ੍ਹੀਏ ਜੀ। ਸਤਨਾਮ ਸਿਮਰਨ ਪਹਿਰ ਸਨਾਹ ਤਨ। ਸੱਚੇ ਨਾਮ ਦਾ ਸਿਮਰਨ ਕਰਨਾ, ਇਹ ਸੰਜੋ ਪਹਿਨਣਾ ਕੀਤੀ ਹੋਈ ਹੈ ਸਤਿਗੁਰਾਂ ਨੇ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸੰਸਕ੍ਰਿਤੀ ਦੇ ਸ਼ਲੋਕਾਂ ਵਿੱਚ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਇਹਨੂੰ ਇਉਂ ਬਿਆਨ ਕਰਦੇ ਆ। ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹੰ ਤਨ ਨਿਮਰਤః। ਸੈਨਾ ਸਾਧ ਸਮੂਹ ਸੂਰ ਅਜਿਤੰ ਸਨਾਹੰ ਤਨ ਨਿਮਰਤః। ਗਿਆਨ ਖੜਗ, ਜੁਗਤੀਆਂ ਦੀ ਕਮਾਨ, ਦ੍ਰਿਸ਼ਟਾਂਤਾਂ ਦੇ ਤੀਰ ਮਾਰ ਕੇ ਵੱਡਿਆਂ ਵੱਡਿਆਂ ਵੈਰੀਆਂ ਨੂੰ ਮਹਾਰਾਜ ਜੀ ਨੇ ਜਿੱਤ ਲਿਆ। ਗੁਰੂ ਬਾਬਾ ਜੀ ਨੇ ਜੋ ਸੰਜੋ ਆਪਣੇ ਸਰੀਰ ਤੇ ਧਾਰਨ ਕੀਤੀ ਹੈ ਉਹ ਹੈ ਪਰਮੇਸ਼ਰ ਦੇ ਸਿਮਰਨ ਦੀ ਸੰਜੋ। ਆ ਜਿਹੜਾ ਸਿਮਰਨ ਹੈ ਨਾ ਖਾਲਸਾ ਜੀ, ਇਹ ਸਨਾਹੰਗ ਮਤਲਬ ਇਹ ਸੰਜੋ ਹੈ ਸਾਡੇ ਤਨ ਤੇ ਪਾਈ ਹੋਈ। ਤੋ ਇਹ ਸੰਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਧਾਰਨ ਕੀਤੀ ਹੈ। ਕੋਟਕ ਤਰਕ ਤਰਵਾਰ ਨਾ ਕਟਤ ਹੈ। ਖਾਲਸਾ ਜੀ ਇਹ ਸੰਜੋ ਇਹੋ ਜਿਹੀ ਹੈ ਵੀ ਕਰੋੜਾਂ ਤਰਕਾਂ ਦੀਆਂ ਤਲਵਾਰਾਂ, ਕਰੋੜਾਂ ਹੀ ਤਰਕਾਂ ਦੀਆਂ ਤਲਵਾਰਾਂ ਇਸ ਸੰਜੋ ਨੂੰ ਕੱਟ ਨਹੀਂ ਸਕਦੀਆਂ। ਬਚਨ ਨੂੰ ਧਿਆਨ ਨਾਲ ਗੌਰ ਨਾਲ ਸੁਣਿਓ, ਸੁਰ ਤੇ ਇਕਾਗਰ ਕਰੋ। ਸਤਨਾਮ ਸ੍ਰੀ ਵਾਹਿਗੁਰੂ। ਤਰਕ ਗਿਆਨ ਨੂੰ ਖਤਮ ਕਰ ਸਕਦੀ ਹੈ, ਪਰ ਤਰਕ ਸਿਮਰਨ ਦੇ ਉੱਤੇ ਜਿੰਨਾ ਮਰਜ਼ੀ ਕੋਈ ਸਿਮਰਨ ਕਰਨ ਵਾਲੇ ਤੇ ਤਰਕ ਕਰੀ ਜੇ ਉਹ ਨਹੀਂ ਟਸ ਤੋਂ ਮਸ ਹੁੰਦਾ। ਉਹ ਕਹਿੰਦਾ ਤੇਰਾ ਕੰਮ ਤਰਕ ਕਰਨਾ, ਮੇਰਾ ਕੰਮ ਹੈ ਭਜਨ ਕਰਨਾ। ਤਰਕ ਇੱਕ ਇਹੋ ਜਿਹਾ ਤੀਰ ਹੈ ਜਿਸ ਪਾਸੇ ਵੀ ਚਲਾਓ ਚੱਲ ਪੈਂਦਾ ਹੈ। ਤਰਕ ਇੱਕ ਐਸਾ ਤੀਰ ਹੈ ਜਿੱਧਰ ਛੱਡੋਗੇ ਉਧਰ ਹੀ ਚੱਲ ਪੈਣਾ। ਕਿਸੇ ਗੁਰੂ ਪੀਰ ਵੱਲ ਚਲਾਣਾ ਤਾਂ ਚੱਲ ਪੈਣਾ, ਮਾਂ ਪਿਓ ਵੱਲ ਚਲਾਣਾ ਤਾਂ ਚੱਲ ਪੈਣਾ, ਭਰਾ ਵੱਲ ਚਲਾਣਾ ਤਾਂ ਚੱਲ ਪੈਣਾ, ਧੀ ਤੇ ਪੁੱਤਰ ਤੇ ਚਲਾਉਣਾ ਤਾਂ ਚੱਲ ਪੈਣਾ। ਇਹ ਤਰਕ ਦਾ ਤੀਰ ਜਿੱਧਰ ਮੂੰਹ ਕਰੋਗੇ ਟੁਰ ਪੈਣਾ। ਇਹਦੀ ਕੋਈ ਐਸਾ ਤੇ ਨਹੀਂ ਵੀ ਕਿਸੇ ਇੱਕ ਦੋ ਤੇ ਹੀ ਤਰਕ ਕੀਤਾ ਜਾ ਸਕਦਾ। ਇਹ ਤਾਂ ਤੀਰ ਨੇ, ਜਿੱਧਰ ਮਰਜ਼ੀ ਚਲਾ ਲਓ। ਕਰੋੜਾਂ ਤਰਕਾਂ ਦੀਆਂ ਤਲਵਾਰਾਂ ਸਿਮਰਨ ਰੂਪੀ ਸੰਜੋ ਨੂੰ ਕੱਟ ਨਹੀਂ ਸਕਦੀਆਂ। ਜਿਹੜਾ ਭਜਨ ਕਰਨ ਵਾਲਾ ਨਾ, ਸਿਮਰਨ ਕਰਨ ਵਾਲਾ, ਉਹਦੇ ਤੇ ਕੋਈ ਲੱਖਾਂ ਤਰਕ ਕਰੀ ਜੇ ਉਹ ਨਹੀਂ ਆਪਣੇ। ਉਹ ਕਹਿੰਦਾ ਨਹੀਂ ਛੋਡੂ ਨੇ ਬਾਬਾ ਰਾਮ ਨਾਮ, ਤੇਰੀ ਭਗਤ ਨਾ ਛੋਡੋ। ਭਾਵੇਂ ਲੋਕ ਹੱਸੈ, ਲੋਕ ਹੱਸਦੇ ਐ, ਤਰਕਾਂ ਕਰਦੇ ਐ, ਖਿੱਲੀਆਂ ਉਡਾਉਂਦੇ, ਉਡਾਈ ਜਾਣ, ਮੈਂ ਨਹੀਂ ਤੇਰੀ ਭਗਤੀ ਛੱਡਣੀ। ਸਿਮਰਨ ਕਰਨ ਵਾਲੇ ਦੇ ਅੰਦਰ ਤਰਕ ਨਹੀਂ ਹੈ। ਤਰਕ ਚੰਚਲਤਾ ਤੋਂ ਪੈਦਾ ਹੁੰਦੀ ਹੈ, ਔਰ ਚੰਚਲਤਾ ਤੇ ਧਰਮ ਦਾ ਕੋਈ ਵਾਹ ਵਾਸਤਾ ਨਹੀਂ ਹੈ। ਇਹ ਯਾਦ ਰੱਖਿਓ। ਜਿੰਨੀਆਂ ਤਰਕਾਂ ਨੇ ਉਹ ਚੰਚਲਤਾ ਤੋਂ ਪੈਦਾ ਹੁੰਦੀਆਂ ਨੇ, ਤੇ ਜਿੱਥੇ ਚੰਚਲਤਾ ਹੈ ਉੱਥੇ ਧਰਮ ਨਹੀਂ ਹੈ। ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ। ਕਿਉਂਕਿ ਜਿੱਥੇ ਚਤਰਾਈਆਂ ਤੇ ਚੰਚਲਤਾਈਆਂ ਨੇ ਉੱਥੇ ਰੱਬ ਦੀ ਹੋਂਦ ਨਹੀਂ ਹੋ ਸਕਦੀ। ਤਰਕਾਂ ਉਪਜਦੀਆਂ ਹੀ ਚੰਚਲਤਾ ਤੋਂ ਹਨ। ਜਿੰਨਾ ਕਿਸੇ ਦਾ ਦਿਮਾਗ ਵੱਧ ਸ਼ੈਤਾਨ ਹੋਵੇਗਾ, ਚੰਚਲ ਹੋਵੇਗਾ, ਉਨੀਆਂ ਹੀ ਵੱਧ ਤਰਕਾਂ ਕਰੇਗਾ। ਤੋ ਕਰੋੜਾਂ ਕੀਤੀਆਂ ਹੋਈਆਂ ਤਰਕਾਂ, ਇੱਕ ਤਰਕ ਹੁੰਦਾ, ਇੱਕ ਵਿਵੇਕ ਹੁੰਦਾ ਹੈ। ਤਰਕ ਤੇ ਵਿਵੇਕ 'ਚ ਫਰਕ ਹੁੰਦਾ। ਅੱਜ ਕੱਲ ਪਤਾ ਗੁਰੂ ਨਾਨਕ ਸਾਹਿਬ ਵੀ ਤਾਂ ਤਰਕ ਕਰਦੇ ਸੀ। ਗੁਰੂ ਨਾਨਕ ਸਾਹਿਬ ਤਰਕ ਨਹੀਂ ਕਰਦੇ, ਗੁਰੂ ਨਾਨਕ ਸਾਹਿਬ ਵਿਵੇਕ ਕਰਦੇ ਹੈ। ਵਿਵੇਕ ਨਾਮ ਵਿਚਾਰ ਦਾ ਹੈ, ਵਿਚਾਰ ਕਰਦੇ। ਹਾਂ ਭਾਈ ਦੱਸੋ ਇਹ ਗੱਲ ਕਿਵੇਂ ਹੈ, ਤੁਸੀਂ ਕਿਵੇਂ ਇਸ ਗੱਲ ਨੂੰ ਮੰਨਦੇ ਹੋ? ਉਹ ਵਿਵੇਕ ਹੈ, ਤਰਕ ਨਹੀਂ ਹੈ। ਤਰਕ ਤਾਂ ਹੈ ਵੀ ਹੋ ਹੀ ਨਹੀਂ ਸਕਦਾ, ਆ ਵੀ ਗਲਤ ਹੈ, ਆ ਵੀ ਗਲਤ ਹੈ, ਆ ਵੀ ਗਲਤ ਹੈ, ਉਹ ਤਾਂ ਕਿਤੇ ਟਿਕਣੀ ਹੀ ਨਹੀਂ, ਉਹਦਾ ਅੱਗੇ ਤੋਂ ਅੱਗੇ ਚਲੀ ਜਾਣੀ ਹੈ। ਇਸ ਕਰਕੇ ਕਰੋੜਾਂ ਕੀਤੀਆਂ ਹੋਈਆਂ ਤਰਕਾਂ ਇਸ ਸਿਮਰਨ ਰੂਪੀ ਸੰਜੋਗ ਨੂੰ ਨਹੀਂ ਕੱਟ ਸਕਦੀਆਂ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।
ਨੀਵੋ ਮਨ ਰਾਖਨੋ ਅਗਾਰੀ ਹੈ ਸਿਪਰ ਦਿੜ। ਫਿਰ ਢਾਲ ਹੁੰਦੀ ਹੈ ਨਾ, ਢਾਲ ਯੋਧੇ ਕੋਲ ਢਾਲ। ਗੁਰੂ ਨਾਨਕ ਸਾਹਿਬ ਕੋਲ ਢਾਲ ਕਿਹੜੀ ਹੈ? ਕਹਿੰਦੇ ਗੁਰੂ ਨਾਨਕ ਸਾਹਿਬ ਕੋਲ ਢਾਲ ਹੈ ਆਪਣਾ ਮਨ ਨੀਵਾਂ ਕਰਕੇ ਰੱਖਣਾ, ਇਹ ਢਾਲ ਹੈ। ਮਨ ਨੀਵਾਂ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਮਨ ਨੀਵਾਂ ਕਰਕੇ ਰੱਖਣਾ। ਕਹਿੰਦੇ ਜਿਹੜਾ ਮਨ ਨੀਵਾਂ ਰੱਖਣਾ ਇਹ ਢਾਲ ਫੜੀ ਹੋਈ ਹੈ। ਰੋਸ ਰੂਪ ਤੀਰ ਜਾਂ ਕੋ ਛੋਏ ਨਾ ਸਕਤ ਹੈ। ਕਿਸੇ ਦੇ ਰੋਸ ਰੂਪੀ, ਗੁੱਸੇ ਰੂਪੀ ਜਿਹੜੇ ਤੀਰ ਨੇ ਉਹ ਇਹਨੂੰ ਛੂ ਨਹੀਂ ਸਕਦੇ, ਕਿਉਂਕਿ ਇਹ ਢਾਲ ਹੈ ਨਾ। ਮਨ ਨੀਵਾਂ ਕਰਕੇ ਰੱਖਿਆ ਹੋਵੇ, ਕੋਈ ਲੱਖ ਗੁੱਸਾ ਕਰੀ ਜਾਏ, ਕੋਈ ਸਿਹਤ ਦੇ ਅਸਰ ਨਹੀਂ। ਜੇ ਮਨ 'ਚ ਥੋੜੀ ਜਿਹੀ ਵੀ ਹੰਕਾਰ, ਉਹ ਤੂੰ ਕੋਲੋਂ ਭਾਵੇਂ ਬੰਦਾ ਉਦਾਂ ਹੀ ਲੰਘਿਆ ਹੋਵੇ, ਮੁੱਛ ਤੇ ਹੱਥ ਜਾਂ ਫੇਰ ਕੇ ਓਏ ਤਾ ਦੇ ਕੇ ਲੰਘਦਾ। ਤੇ ਜੇ ਮਨ ਨੀਵਾ ਹੋਵੇ ਤੇ ਕੋਈ ਗੁੱਸੇ ਵਿੱਚ ਵੀ ਆ ਕੇ ਘੂਰ ਕੇ ਵੀ ਲੰਘ ਜੇ, ਤੇਰਾ ਆਪਣਾ ਕੰਮ ਹੈ, ਸਾਡਾ ਆਪਣਾ ਹੈ। ਦੋਵੇਂ ਗੱਲਾਂ ਨੇ। ਤੂੰ ਜਿਨ੍ਹਾਂ ਦਾ ਮਨ ਨੀਵਾ ਉਹਨਾਂ ਦੇ ਉੱਤੇ ਕਿਸੇ ਦੇ ਗੁੱਸੇ ਰੂਪੀ ਤੀਰਾਂ ਦਾ ਕੋਈ ਅਸਰ ਨਹੀਂ ਹੁੰਦਾ। ਹਾਂਜੀ। ਕਰੁਣਾ ਕੀ ਰਥ ਉਪਕਾਰ ਕੇ ਤੁਰੰਗ ਜੋਰ। ਗੁਰੂ ਸਾਹਿਬ ਜਿਹੜੀ ਰੱਥ ਤੇ ਸਵਾਰ ਨੇ, ਉਸ ਰੱਥ ਦਾ ਨਾਮ ਹੈ ਕਰੁਣਾ। ਕਰੁਣਾ ਦੀ ਰੱਥ ਤੇ ਸਵਾਰ ਨੇ ਗੁਰੂ ਨਾਨਕ ਸਾਹਿਬ। ਆਹਾ, ਇੰਨੀ ਕਰੁਣਾ, ਇਤਨੀ ਕਰੁਣਾ। ਖਾਲਸਾ ਜੀ, ਇੱਕ ਸਮੁੰਦਰ ਹੁੰਦਾ ਨਾ, ਆਪਾਂ ਕਹਿੰਦੇ ਸਮੁੰਦਰ, ਖਬਰੇ ਕਰੋੜਾਂ ਸਮੁੰਦਰ ਵੀ ਗੁਰੂ ਨਾਨਕ ਸਾਹਿਬ ਦੀ ਕਰੁਣਾ ਦੇ ਸਾਹਮਣੇ ਬੋਣੇ ਜੇ ਪ੍ਰਤੀਤ ਹੋਣ, ਇਤਨੀ ਕਰੁਣਾ ਹੈ। ਕਰੁਣਾਲਿਆ ਹੈ, ਕਰੁਣਾਲਿਆ ਹੈ ਅਰ ਘਾਲਿਆ ਹੈ। ਕਰੁਣਾਲਿਆ, ਕਰੁਣਾ ਦੇ ਘਰ। ਗੁਰੂ ਸਾਹਿਬ ਜਿਹੜੀ ਰੱਥ ਤੇ ਸਵਾਰ ਨੇ, ਉਸ ਰੱਥ ਦਾ ਨਾਮ ਹੈ ਕਰੁਣਾ। ਕਰੁਣਾ ਦੀ ਰੱਥ ਤੇ ਗੁਰੂ ਨਾਨਕ ਸਾਹਿਬ ਜੀ ਸਵਾਰ ਨੇ। ਉਪਕਾਰ ਕੇ ਤੁਰੰਗ ਜੋਰ। ਹੁਣ ਰੱਥ ਟੋਰਨ ਵਾਸਤੇ ਘੋੜੇ ਵੀ ਚਾਹੀਦੇ ਨੇ। ਕਹਿੰਦੇ ਜਿਹੜੇ ਰੱਥ ਤੇ ਕਰੁਣਾ ਦੀ ਰੱਥ ਤੇ ਸਤਿਗੁਰੂ ਸਵਾਰ ਨੇ ਨਾ, ਉਸ ਰੱਥ ਦੇ ਅੱਗੇ ਉਪਕਾਰ ਰੂਪੀ ਘੋੜੇ ਜੋੜੇ ਹੋਏ ਐ। ਉਪਕਾਰ ਕੇ ਤੁਰੰਗ ਜੋਰ। ਉਪਕਾਰ ਦੇ ਘੋੜੇ, ਯਾਨੀ ਕਿ ਉਪਕਾਰ ਹੀ ਉਪਕਾਰ ਕਰਨਾ, ਪਰ ਉਪਕਾਰ ਹੀ ਕਰਨਾ। ਸਤਿਗੁਰੂ ਜਿੱਥੇ ਗਏ ਉਪਕਾਰ ਹੀ ਕੀਤਾ ਗੁਰੂ ਨਾਨਕ ਸਾਹਿਬ ਨੇ। ਉਹ ਉਪਕਾਰ ਦੇ ਘੋੜੇ ਜੋੜੇ ਹੋਏ ਨੇ। ਸਤ ਕੀਨੋ ਸੂਤ ਬ੍ਰਿਤ ਡੋਰਨ ਜਟਤ ਹੈ। ਜਿਹੜਾ ਸੱਤ ਹੈ, ਸੱਤ ਗੁਰੂ ਨਾਨਕ ਸਾਹਿਬ ਕੋਲ ਜਿਹੜਾ ਸੱਤ ਹੈ, ਉਹ ਹੈ ਇਹਨਾਂ ਘੋੜਿਆਂ ਦੀ ਲਗਾਮ। ਸੂਤ, ਸੂਤ ਕਹਿੰਦੇ ਨੇ ਲਗਾਮ ਨੂੰ। ਉਹ ਇਹਨਾਂ ਘੋੜਿਆਂ ਦੀ ਲਗਾਮ ਹੈ। ਸੱਤ ਨੂੰ ਰਥਵਾਈ ਬਣਾਇਆ, ਏਦਾਂ ਕਹਿ ਸਕਦੇ ਹਾਂ। ਸੂਤ ਨਾਮ ਹੁੰਦਾ ਰਥਵਾਈ ਦਾ, ਜਿਹੜਾ ਰੱਥ ਨੂੰ ਤੋਰਦਾ। ਸੱਤ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦੀ ਇਸ ਰੱਥ ਦਾ ਰਥਵਾਹੀ ਹੈ। ਬ੍ਰਿਤ ਡੋਰਨ ਜਟਤ ਹੈ। ਜਿਹੜੀ ਸ਼ੁਭ ਵਿਰਤੀ ਹੈ, ਉਹ ਮੰਨ ਲਓ ਵੀ ਇਹ ਸਵੈ ਸਰੂਪ ਵਿੱਚ ਜੋੜਨਾ ਆਪਣੀ ਬਿਰਤੀ ਨੂੰ। ਇਹ ਵਾਗਾਂ ਹਨ ਇਹ ਘੋੜੇ ਦੀਆਂ। ਧੀਰਜ ਸੰਤੋਖ ਦਾਨ ਆਦ ਜੇ ਵਿਗਿਆਨ ਜੋਦਾ। ਧੀਰਜ, ਸੰਤੋਖ, ਦਇਆ, ਖਿਮਾ, ਅਹਿੰਸਾ, ਵਿਵੇਕ, ਵੈਰਾਗ, ਇਹ ਜਿਤਨੇ ਵੀ ਸ਼ੁਭ ਗੁਣ ਨੇ, ਇਹ ਗੁਰੂ ਨਾਨਕ ਸਾਹਿਬ ਦੇ ਨਾਲ ਸੂਰਮਿਆਂ ਦੀ ਫੌਜ ਚੜੀ ਹੈ। ਇਹ ਸਾਰੀ ਸੂਰਮਿਆਂ ਦੀ ਫੌਜ ਹੈ ਮਹਾਰਾਜ ਜੀ ਨਾਲ ਚੜੀ ਹੋਈ। ਕਿਹੜੇ ਕਿਹੜੇ ਸੂਰਮੇ ਨੇ ਗੁਰੂ ਨਾਨਕ ਸਾਹਿਬ ਦੀ ਫੌਜ ਵਿੱਚ? ਵਿਵੇਕ, ਗਿਆਨ, ਵੈਰਾਗ, ਸਤ, ਸੰਤੋਖ, ਦਇਆ, ਖਿਮਾ, ਅਹਿੰਸਾ, ਉਪਰਾਮਤਾ, ਸਮ, ਦਮ, ਧਿਆਨ, ਧਾਰਣਾ, ਸਮਾਧੀ, ਇਹ ਜਿਤਨੇ ਵੀ ਸ਼ੁਭ ਗੁਣ ਨੇ, ਇਹ ਗੁਰੂ ਨਾਨਕ ਸਾਹਿਬ ਦੀ ਫੌਜ ਦੇ ਸੂਰਮੇ ਹਨ। ਚੜੇ ਮੋਹ ਜੀਤ ਬੇ ਕੋ ਮਾਰ ਹੀ ਰਟਤ ਹੈ। ਕਹਿੰਦੇ ਫਿਰ ਹੁਣ ਇਹੋ ਜੀ ਫੌਜ ਤਿਆਰ ਕਰਕੇ, ਸਾਰਾ ਲਸ਼ਕਰ ਤਿਆਰ ਕਰਕੇ ਚੜ੍ਹਾਈ ਕਿੱਧਰ ਕੀਤੀ ਹੈ ਗੁਰੂ ਸਾਹਿਬ ਨੇ? ਪੁੱਛਿਆ ਗੁਰੂ ਨਾਨਕ ਸਾਹਿਬ ਨੇ ਕਿੱਧਰ ਚੜ੍ਹਾਈ ਕੀਤੀ ਹੈ? ਕਹਿੰਦੇ ਮੋਹ ਰੂਪੀ ਰਾਜੇ ਨੂੰ ਜਿੱਤਣ ਵਾਸਤੇ, ਮੋਹ ਰੂਪੀ ਰਾਜੇ ਨਾਲ ਲੜਨ ਵਾਸਤੇ, ਉਹਦੇ ਤੇ ਫਤਿਹ ਪ੍ਰਾਪਤ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਆ ਸਾਰਾ ਲਸ਼ਕਰ ਲੈ ਕੇ ਹਮਲਾ ਕਰਨ ਲਈ ਚੜੇ ਨੇ। ਮੋਹ ਰੂਪੀ ਰਾਜੇ ਨੂੰ ਜਿੱਤਣ ਵਾਸਤੇ ਮਾਰ ਹੀ ਰਟਤ ਹੈ।
ਮਾਰ ਦਿਆਂਗੇ ਮੋਹ ਨੂੰ। ਜਿਵੇਂ ਸੂਰਮੇ ਜੰਗ ਵੇਲੇ ਹਮਲਾ ਕਰਨ ਵੇਲੇ ਕਹਿੰਦੇ ਮਾਰ ਦਿਆਂਗੇ ਦੁਸ਼ਮਣਾਂ ਨੂੰ, ਕਹਿੰਦੇ ਮੋਹ ਨੂੰ ਮਾਰ ਦਿਆਂਗੇ। ਇਹ ਰਟਦਿਆਂ ਹੋਇਆਂ ਚੜੇ ਹਨ। ਦੋਹਰਾ ਸ਼ਰਦਾ ਸਮਤਾ ਸੁਮਤ ਧਰਮ ਭਾਉ ਭਲੇ ਇਸ਼ਨਾਨ। ਸ਼ਰਦਾ ਸਮਤਾ ਕਹਿੰਦੇ ਆ ਸਮਾਨ ਬਿਰਤੀ ਰੱਖਣੀ, ਸਮਦ੍ਰਿਸ਼ਟੀ। ਫਿਰ ਹੈ ਸੁਮਤ ਸ੍ਰੇਸ਼ਟ ਬੁੱਧੀ, ਧਰਮ ਭਾਉ ਤੇ ਚੰਗੇ ਭਲਾ ਇਸ਼ਨਾਨ। ਇਤਿਆਦਿਕ ਦਲ ਲੈ ਗੁਰੂ ਕਰਤ ਭਏ ਪ੍ਰਸਥਾਨ। ਇਹ ਸਾਰਾ ਦਲ ਲੈ ਕੇ ਗੁਰੂ ਨਾਨਕ ਸਾਹਿਬ ਜੀ ਨਨਕਾਣਾ ਸਾਹਿਬ ਤੋਂ ਚੜੇ ਨੇ। ਇਹ ਗੁਰੂ ਨਾਨਕ ਸਾਹਿਬ ਦੀ ਚੜ੍ਹਾਈ, ਜਦੋਂ 6ਵੇਂ ਪਾਤਸ਼ਾਹ ਤੇ ਕਲਗੀਧਰ ਜੀ ਦੀ ਚੜ੍ਹਾਈ ਬਾਰੇ ਜ਼ਿਕਰ ਕਰਦੇ ਨਾ ਮਹਾਕਵੀ ਜੀ, ਉੱਥੇ ਵੀ ਮਹਾਰਾਜ ਜੀ ਦੀ ਸੂਰਬੀਰਤਾ ਦਾ ਅਲੰਕਾਰ ਬੰਨ੍ਹਦੇ ਆ। ਇੱਥੇ ਵੇਖੋ ਧਾਰਮਿਕ ਤੌਰ ਤੇ ਅਲੰਕਾਰ ਬੰਨਿਆ ਤੇ ਸੂਰਮੇ ਦਾ ਅਲੰਕਾਰ ਬੰਨਿਆ ਮਹਾਕਵੀ ਜੀ ਨੇ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਚੜ੍ਹਾਈ ਕੀਤੀ ਹੈ, ਕਰੁਣਾ ਦੇ ਰੱਥ ਤੇ ਸਵਾਰ ਨੇ, ਉਪਕਾਰ ਦੇ ਘੋੜੇ ਲੱਗੇ ਹੋਏ ਆ ਅੱਗੇ, ਗਿਆਨ ਦੀ ਤਲਵਾਰ ਹੈ, ਆਹਾ ਜੁਗਤੀਆਂ ਦੀ ਕਮਾਨ ਹੈ, ਦ੍ਰਿਸ਼ਟਾਂਤਾਂ ਦੇ ਤੀਰ ਨੇ, ਔਰ ਪਰਮੇਸ਼ਰ ਦੇ ਸਿਮਰਨ ਦੀ ਸੰਜੋਹ ਹੈ, ਮਨ ਨੀਵਾਂ ਕਰਕੇ ਰੱਖਣਾ ਢਾਲ ਹੈ। ਇਹ ਸਾਰੇ ਅਸਤਰਾਂ ਸ਼ਸਤਰਾਂ ਸਮੇਤ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਰਾਏ ਭੋਏ ਦੀ ਤਲਵੰਡੀ ਤੋਂ ਚਾਲਾ ਮਾਰਿਆ ਹੈ। ਦੋਹਰਾ ਪੂਰਨ ਦੇਖਿਓ ਆਤਮਾ ਦ્વੈਤ ਹੈ ਸਰਬ ਨਿਵਾਰ। ਜਿਨ੍ਹਾਂ ਮਹਾਂਪੁਰਸ਼ਾਂ ਨੇ ਆਤਮਾ ਨੂੰ ਪਰਿਪੂਰਨ ਕਰਕੇ ਵੇਖਿਆ ਕਿ ਆਤਮਾ ਪਰਮੇਸ਼ਰ ਦੀ ਪਰਿਪੂਰਨ ਹੈ, ਸਰਬ ਥਾਈਂ ਸਰਬ ਜਗ੍ਹਾਵਾਂ ਵਿੱਚ ਆਤਮਾ ਪਰਮਾਤਮਾ ਦੀ ਪਰਿਪੂਰਨ ਹੈ, ਔਰ ਪਰਿਪੂਰਨ ਆਤਮਾ ਨੂੰ ਵੇਖ ਕੇ ਆਪਣੇ ਹਿਰਦੇ ਚੋਂ ਦ્વੈਤ ਦਾ ਨਾਸ਼ ਕੀਤਾ। ਦ્વੈਤ ਹੈ ਸਰਬ ਨਿਵਾਰ। ਜਿਨ੍ਹਾਂ ਸੰਤ ਜਨਾਂ ਨੇ, ਜਿਨ੍ਹਾਂ ਮਹਾਂਪੁਰਸ਼ਾਂ ਨੇ ਆਪਣੇ ਅੰਦਰੋਂ ਦ્વੈਸ਼ ਨੂੰ ਨਿਵਾਰ ਦਿੱਤਾ ਹੈ। ਭਏ ਸ਼ਾਂਤ ਮਨ ਸੰਤ ਜੇ ਤਿਨ ਪਦ ਨਮੋ ਹਮਾਰ। ਜਿਹੜੇ ਸੰਤ ਜਨ ਸ਼ਾਂਤ ਹੋ ਗਏ ਨੇ, ਐਸੇ ਸੰਤ ਜਨ, ਉਹਨਾਂ ਦੇ ਚਰਨਾਂ ਤੇ ਮੇਰੀ ਨਮਾਮ ਹੈ। ਉਹਨਾਂ ਸੰਤ ਜਨਾਂ ਦੇ ਚਰਨਾਂ ਤੇ ਮੇਰੀ ਨਮਾਮ ਹੈ, ਨਮਸਕਾਰ ਹੈ। ਸ਼੍ਰੀ ਬਾਲਾ ਸੰਦੂਰ ਵਾਚ ਚੌਪਈ ਹਿਤ ਤੀਰਥ ਕੇ ਕੀਨ ਉਦਾਸੀ। ਕਹਿੰਦੇ ਤੀਰਥ ਯਾਤਰਾ ਵਾਸਤੇ, ਯਾਨੀ ਕਿ ਹਰਿਦੁਆਰ, ਕੁਰੂਕਸ਼ੇਤਰ, ਇਹਨਾਂ ਪਾਸੇ ਜਾਣ ਵਾਸਤੇ ਮਹਾਰਾਜ ਜੀ ਨੇ ਉਦਾਸੀ ਕੀਤੀ ਹੈ। ਕਰਨ ਨਿਹਾਲ ਨਰਨ ਸੁਖ ਰਾਸੀ। ਜੀਵਾਂ ਨੂੰ ਨਿਹਾਲ ਕਰਨ ਵਾਸਤੇ ਸਤਿਗੁਰੂ ਜੀ ਚੱਲੇ ਹਨ। ਪ੍ਰਥਮੈ ਕੁਰਖੇਤਰ ਮਹਿ ਆਏ। ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁਰੂਕਸ਼ੇਤਰ ਪਹੁੰਚੇ ਹਨ। ਵੈਸੇ ਏਕ ਥਾਨ ਮਨ ਪਾਏ। ਕੁਰੂਕਸ਼ੇਤਰ ਮਹਾਰਾਜ ਜੀ ਦਾ ਸਥਾਨ ਹੈ, ਗੁਰੂ ਨਾਨਕ ਪਾਤਸ਼ਾਹ ਦਾ। ਪਾਤਸ਼ਾਹੀ ਪਹਿਲੀ, 6ਵੀਂ ਪਾਤਸ਼ਾਹੀ, 9ਵੀਂ ਪਾਤਸ਼ਾਹੀ ਮਹਾਰਾਜ ਜੀ ਦੇ ਸਥਾਨ ਨੇ ਕੁਰੂਕਸ਼ੇਤਰ ਵਿੱਚ। ਤੋ ਧੰਨ ਗੁਰੂ ਨਾਨਕ ਸਾਹਿਬ ਜੀ ਜਿਸ ਸਥਾਨ ਤੇ ਆਏ ਉਹਨੂੰ ਪਾਤਸ਼ਾਹੀ ਪਹਿਲੀ ਕਹਿੰਦੇ ਹਨ। ਤੋ ਕੁਰੂਕਸ਼ੇਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ। ਸੂਰਜ ਪਰਬ ਹੁਤੋ ਤੇ ਕਾਲਾ। ਜਦੋਂ ਆਏ ਉਸ ਦਿਨ ਸੂਰਜ ਗ੍ਰਹਿਣ ਦਾ ਮੇਲਾ ਸੀ। ਕੁਰੂਕਸ਼ੇਤਰ ਵਿੱਚ ਸੂਰਜ ਗ੍ਰਹਿਣ ਦਾ ਬੜਾ ਵੱਡਾ ਮੇਲਾ ਲੱਗਦਾ ਹੈ, ਉਹਨੂੰ ਸੂਰਜ ਗ੍ਰਹਿਣ ਦਾ ਮੇਲਾ ਕਹਿੰਦੇ ਆ। ਬੜੀ ਦੁਨੀਆ ਉੱਥੇ ਇਕੱਠੀ ਹੁੰਦੀ ਹੈ। ਜਿਹੜਾ ਕੁਰੂਕਸ਼ੇਤਰ ਹੈ, ਇਹਨੂੰ ਸਨਾਤਨ ਧਰਮ ਦੇ ਵਿੱਚ ਬੜਾ ਪਵਿੱਤਰ ਸਥਾਨ ਮੰਨਿਆ। ਇਹਨੂੰ ਥਾਨੇਸ਼ਵਰ ਵੀ ਕਹਿੰਦੇ ਆ। ਥਾਨੇਸ਼ਵਰ, ਈਸ਼ਵਰ ਦਾ ਥਾਨ। ਪੁਰਾਣਕ ਮਤ ਅਨੁਸਾਰ ਉਹ ਇਹ ਕਹਿੰਦੇ ਹਨ ਕਿ ਇੱਥੇ ਈਸ਼ਵਰ ਨੇ ਚੌਂਕੜਾ ਮਾਰਿਆ ਸੀ। ਈਸ਼ਵਰ ਨੇ ਇੱਥੇ ਚੌਂਕੜਾ ਮਾਰਿਆ ਸੀ, ਉਹ ਜਗ੍ਹਾ ਹੈ, ਤਾਂ ਇਹਨੂੰ ਥਾਨੇਸ਼ਵਰ ਵੀ ਕਹਿੰਦੇ ਆ। ਜਦੋਂ ਪਾਂਡਵਾਂ ਤੇ ਕੌਰਵਾਂ ਨੇ ਲੜਨਾ ਸੀ, ਉਹਨਾਂ ਨੇ ਵੀ ਇਸੇ ਕਰਕੇ ਕੁਰੂਕਸ਼ੇਤਰ ਦੀ ਜਗ੍ਹਾ ਚੁਣੀ ਸੀ ਵੀ ਇਹ ਬੜੀ ਪਵਿੱਤਰ ਜਗ੍ਹਾ ਹੈ। ਬੜਾ ਵੱਡਾ ਉੱਥੇ ਬ੍ਰਹਮ ਸਰੋਵਰ ਹੈ, ਤੋਂ ਦੂਰ ਤੱਕ ਤੀਰਥ ਹੀ ਤੀਰਥ ਨੇ ਕੰਢਿਆਂ ਤੇ। ਤੋ ਇਹ ਬੜਾ ਵੱਡਾ ਤੀਰਥ ਧਰਮ ਕੁਸ਼ੇਤਰੇ, ਕੁਰੂਕਸ਼ੇਤਰੇ,
ਇਦਾਂ ਇਹਨੂੰ ਧਰਮ ਦਾ ਥਾਂ ਕਿਹਾ ਵੀ ਇਹ ਧਰਮ ਦਾ ਸਥਾਨ ਹੈ। ਕੁਰੂਕਸ਼ੇਤਰ ਜਿਹੜਾ ਇਹ ਧਰਮ ਦਾ ਸਥਾਨ ਹੈ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਇਹ ਸ਼ਲੋਕ ਲਿਖਿਆ, ਧਰਮ ਕੁਸ਼ੇਤਰੇ ਕੁਰੂਕਸ਼ੇਤਰੇ। ਤੋ ਇਹ ਧਰਮ ਦਾ ਕੁਸ਼ੇਤਰ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਇੱਧਰ ਗਏ ਨੇ ਉਸ ਦਿਨ ਇੱਥੇ ਸੂਰਜ ਗ੍ਰਹਿਣ ਦਾ ਮੇਲਾ ਸੀ। ਮੇਲਾ ਇਕੱਠੋ ਭਇਓ ਬਿਸਾਲਾ। ਬੜਾ ਵੱਡਾ ਮੇਲਾ ਲੱਗਾ ਸੀ, ਬੜੀ ਦੁਨੀਆ ਮੇਲੇ ਤੇ ਇਕੱਠੀ ਹੋਈ ਸੀ। ਦਵਿਜਆਦਿਕ ਜੇ ਚਾਰੋਂ ਵਰਨੇ। ਚਾਰਾਂ ਵਰਣਾਂ ਦੇ ਲੋਕ ਆਏ ਹੋਏ, ਬ੍ਰਾਹਮਣ ਬੜੇ ਸਨ ਇੱਥੇ ਆਏ ਹੋਏ, ਕਿਉਂਕਿ ਬ੍ਰਾਹਮਣ ਇਹੋ ਜਿਹੇ ਮੇਲਿਆਂ ਤੇ ਆ ਕੇ ਲੋਕਾਂ ਨੂੰ ਕਹਿੰਦੇ ਸੀ ਦਾਨ ਕਰੋ। ਤੋ ਬਹੁਤ ਸਾਰੇ ਬ੍ਰਾਹਮਣ ਇੱਥੇ ਆਏ ਹੋਏ ਨੇ ਆਵਤ ਭੇਹਿਤ ਮੱਜਨ ਕਰਨੇ। ਇਸ਼ਨਾਨ ਕਰਨ ਵਾਸਤੇ ਕਿ ਸੂਰਜ ਗ੍ਰਹਿਣ ਦਾ ਮੇਲਾ ਹੈ, ਤੋ ਇਸ਼ਨਾਨ ਕਰਨ ਵਾਸਤੇ ਬੜੀ ਦੁਨੀਆ ਇੱਥੇ ਆਈ ਹੋਈ ਹੈ। ਆਸ਼ਰਮ ਹੈ ਗ੍ਰਸਤ ਆਦਿਕ ਜੇਊ। ਜਿਹੜੇ ਚਾਰ ਆਸ਼ਰਮ ਨੇ, ਗ੍ਰਸਤੀ ਨੇ, ਬਾਨਪ੍ਰਸਤੀ ਨੇ, ਸੰਨਿਆਸੀ ਨੇ ਤੇ ਬ੍ਰਹਮਚਰਜ ਵਾਲੇ ਨੇ, ਉਹ ਵੀ ਸਾਰੇ ਆਏ ਹੋਏ ਨੇ। ਆਵਤ ਭੇ ਚਾਰੋਂ ਮਿਲਤੇਊ। ਚਾਰਾਂ ਆਸ਼ਰਮਾਂ ਦੇ ਲੋਕ ਬਹੁਤ ਇੱਥੇ ਆਏ ਹੋਏ ਨੇ ਮਿਲ ਕੇ। ਖਟ ਦਰਸ਼ਨ ਤੇ ਆਦ ਦੇ ਔਰਾ। ਜਿਹੜੇ 6 ਦਰਸ਼ਨ ਨੇ, ਜਿਵੇਂ ਮੀਮਾਂਸਕ ਨੇ, ਨਿਆਇਕ ਨੇ, ਵੇਦਾਂਤੀ ਨੇ, ਉਹ 6 ਸ਼ਾਸਤਰੀ ਜਿਹੜੇ ਉਹ ਵੀ ਆਏ ਹੋਏ, ਉਹਨਾਂ ਨੂੰ ਮੰਨਣ ਵਾਲੇ ਹਨ। ਪੁਰਬ ਕਰਨ ਆਏ ਤੇ ਠੌਰਾ। ਸੂਰਜ ਗ੍ਰਹਿਣ ਦਾ ਪੁਰਬ ਮਨਾਉਣ ਵਾਸਤੇ, ਮੇਲਾ ਮਨਾਉਣ ਵਾਸਤੇ ਆਏ ਹਨ। ਸ੍ਰੀ ਨਾਨਕ ਠਾਨੀ ਮਨ ਐਸੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਮਨ 'ਚ ਵਿਚਾਰ ਕੀਤੀ, ਦਿਲ ਸੋ ਚਰਚਾ ਕਰੀਏ ਕੈਸੇ। ਇਹ ਬੜਾ ਵੱਡਾ ਮੇਲਾ, ਬੜੀ ਦੁਨੀਆ ਆਈ ਹੈ ਇੱਥੇ, ਤੇ ਇੱਥੇ ਚਰਚਾ ਹੋਣੀ ਚਾਹੀਦੀ, ਵਾਰਤਾਲਾਪ ਹੋਣੀ ਚਾਹੀਦੀ ਹੈ। ਜਿੱਥੇ ਚਰਚਾ ਹੋਵੇ, ਐਡੀ ਵੱਡੇ ਦੁਨੀਆ ਦੇ ਇਕੱਠ ਦੇ ਵਿੱਚ ਕੋਈ ਚੰਗੀ ਚਰਚਾ ਹੋਵੇਗੀ, ਸੁਹਿਰਦ ਚਰਚਾ ਹੋਵੇਗੀ, ਲੋਕਾਂ ਤੱਕ ਵਧੀਆ ਮੈਸੇਜ ਜਾਏਗਾ। ਇਹ ਥੋੜੀ ਆ ਵੀ ਇਕੱਠ ਜਿਹਾ ਕੀਤਾ। ਅੱਜ ਕੱਲ ਹੁੰਦੀਆਂ ਨੇ ਮੀਟਿੰਗਾਂ, ਕਹਿੰਦੇ ਜੀ ਮੀਟਿੰਗਾਂ ਨੇ, ਉਹ ਮੀਟਿੰਗਾਂ ਹੁੰਦੀਆਂ ਵੀ ਹੁੰਦੀਆਂ ਤਾਂ ਹੁੰਦੀਆਂ, ਉਹ ਵਾਰਤਾਲਾਪ ਵਾਸਤੇ ਹੁੰਦੀਆਂ, ਪਰ ਉੱਥੇ ਵਾਰਤਾਲਾਪ ਦੀ ਬਜਾਏ ਚਾਹਾਂ ਪੀਤੀਆਂ, ਕੋਲਡ ਡਰਿੰਕ ਪੀਤੇ, ਬਦਾਮ ਕਾਜੂ ਖਾਦੇ, ਚਲੇ ਗਏ। ਮੁੜ ਕੇ ਬਾਅਦ ਚ ਪੁੱਛਿਆ, ਉਹ ਅਗਲੀ ਮੀਟਿੰਗ ਤੇ ਰੱਖੋ, ਹੁਣ ਇਹ ਮੁੱਦਾ ਅਗਲੀ ਮੀਟਿੰਗ ਤੇ ਵਿਚਾਰਾਂਗੇ। ਇਹ ਹੁੰਦਾ ਪੁਰਾਣੇ ਸਮਿਆਂ 'ਚ ਜਦੋਂ ਲੋਕ ਇਕੱਠੇ ਹੁੰਦੇ, ਉੱਥੇ ਵਾਰਤਾਲਾਪਾਂ ਹੁੰਦੀਆਂ, ਵਿਚਾਰਾਂ ਹੁੰਦੀਆਂ, ਚਰਚਾ ਹੁੰਦੀ ਕਿ ਲੋਕਾਂ ਤੱਕ ਕੋਈ ਸਹੀ ਗੱਲ, ਸਹੀ ਸੁਨੇਹਾ ਪਹੁੰਚੇ। ਸਤਿਗੁਰੂ ਜੀ ਨੇ ਵੇਖਿਆ ਕਿ ਦੁਨੀਆ ਬਹੁਤ ਇਕੱਠੀ ਹੈ, ਇਹਨਾਂ ਤੱਕ ਕੋਈ ਚੰਗਾ ਮੈਸੇਜ ਭੇਜਣਾ, ਉਹਦੇ ਲਈ ਚਰਚਾ ਹੋਣੀ ਚਾਹੀਦੀ ਹੈ। ਤੋ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਚਰਚਾ ਕਰਨ ਵਾਸਤੇ ਵਿਚਾਰ ਕਰਦੇ ਹਨ। ਪੰਡਤ ਬਦੇ ਹਿਰਦੇ ਜਿਨ ਗਰਬਾ। ਬੜੇ ਬੜੇ ਹੰਕਾਰੀ ਪੰਡਤ ਉੱਥੇ ਆਏ ਹੋਏ ਸੀ, ਜਿਨ੍ਹਾਂ ਨੂੰ ਇਹ ਮਾਣ ਸੀ ਕਿ ਅਸੀਂ ਵਿਦਵਾਨ ਹਾਂ। ਵਿਦਵਾਨ ਹੋਣਾ ਉਹ ਇੱਕ ਵੱਖਰੀ ਗੱਲ ਹੈ। ਵਿਦਵਾਨ ਹੋਣ ਦਾ ਭਰਮ ਹੋਣਾ, ਇਹ ਸਭ ਤੋਂ ਵੱਡਾ ਖਤਰਨਾਕ ਕੰਮ ਹੈ। ਗਿਆਨੀ ਹੋਣਾ ਕੋਈ ਗੁਨਾਹ ਨਹੀਂ, ਹੋਵੋ ਗਿਆਨੀ, ਪਰ ਗਿਆਨੀ ਹੋਣ ਦਾ ਭਰਮ ਹੋਣਾ ਸਭ ਤੋਂ ਵੱਡਾ ਖਤਰਾ ਹੈ। ਗਿਆਨੀ ਹੋਣ ਦਾ ਭਰਮ ਹੋਣਾ। ਇੱਥੇ ਜਿਹੜੇ ਸੂਰਜ ਗ੍ਰਹਿਣ ਦੇ ਮੇਲੇ ਤੇ ਆਏ ਸੀ ਨਾ ਗਿਆਨੀ ਪੰਡਤ, ਉਹਨਾਂ ਨੂੰ ਭਰਮ ਸੀ ਕਿ ਅਸੀਂ ਵਿਦਵਾਨ ਆ, ਅਸੀਂ ਗਿਆਨੀ ਆ, ਪਰ ਹਾਲਾਂਕਿ ਗਿਆਨ ਤੋਂ ਕੋਹਾਂ ਦੂਰ ਸੀ। ਬੜੇ ਬੜੇ ਹੰਕਾਰ ਦੇ ਵਿੱਚ ਅਸੀਂ ਸ਼ਾਸਤਰ ਪੜ੍ਹੇ ਆ, ਅਸੀਂ ਵੇਦਾਂਤ ਪੜ੍ਹਿਆ, ਅਸੀਂ ਨਿਆਏ ਪੜ੍ਹਿਆ ਹੋਇਆ, ਅਸੀਂ ਪੂਰਬੀ ਮੀਮਾਂਸਾ ਪੜ੍ਹੀ ਹੋਈ ਹੈ। ਇਦਾਂ ਦੇ ਹੰਕਾਰ ਦੇ ਵਿੱਚ, ਹੈਂਕੜ ਦੇ ਵਿੱਚ ਉਹ ਟੁਰੇ ਫਿਰਦੇ ਸਨ। ਮਾਨੀ ਸੰਨਿਆਸੀ ਜੇ ਸਰਬਾ। ਬੜੇ ਬੜੇ ਸੰਨਿਆਸੀ ਜਿਹੜੇ ਸਨ ਉਹ ਵੀ ਉੱਥੇ ਆਏ ਹੋਏ। ਮਾਨੀ ਕਿ ਅਸੀਂ ਤਾਂ ਸੰਨਿਆਸੀ ਹੁੰਨੇ ਆ ਜੀ, ਅਸੀਂ ਤਾਂ ਸੰਨਿਆਸ ਧਾਰਨ ਕੀਤਾ ਹੋਇਆ, ਉਹ ਵੀ ਆਏ ਹੋਏ ਨੇ। ਇੱਕ ਸਥਾਨ ਮੈਂ ਕੀਨੋ ਆਸਨ। ਸਤਿਗੁਰੂ ਜੀ ਵੇਖਿਆ ਮੇਲਾ ਬੜਾ ਭਰਿਆ ਹੋਇਆ। ਪਾਤਸ਼ਾਹ ਜੀ ਇੱਕ ਸਥਾਨ ਤੇ, ਇੱਕ ਜਗ੍ਹਾ ਤੇ ਜਾ ਕੇ ਸਜ ਗਏ। ਬੈਸ ਰਹੇ ਮਦ ਦੰਭ ਬਿਨਾਸ਼ਨ। ਪਖੰਡ ਦਾ ਨਾਸ਼ ਕਰਨ ਵਾਲੇ ਜਗਤ ਗੁਰੂ ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਸਜ ਗਏ, ਬੈਠ ਗਏ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ। ਮਰਦਾਨਾ ਤਬ ਗਾਵਨ ਲਾਗਾ। ਭਾਈ ਮਰਦਾਨਾ ਜੀ ਮਹਾਰਾਜ ਜੀ ਦੀ ਆਗਿਆ ਲੈ ਕੇ ਰਬਾਬ ਛੇੜੀ
ਤੇ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਪਾਵਨ ਸ਼ਬਦਾਂ ਦਾ ਕੀਰਤਨ ਗਾਇਨ ਕਰਨ ਲੱਗੇ। ਮਧੁਰ ਰਾਗ ਸੋ ਔਰ ਅਨੁਰਾਗਾ, ਬੜੇ ਮਧੁਰ ਪਿਆਰੇ ਮਿੱਠੇ ਮਿੱਠੇ ਰਾਗਾਂ ਵਿੱਚ ਭਾਈ ਸਾਹਿਬ ਜੀ ਗਾਇਨ ਕਰਨ ਲੱਗੇ। ਦੇਹ ਛਿਨ ਇਕ ਰਾਨੀ ਸੁਤ ਲੀਨੇ। ਪਾਤਸ਼ਾਹ ਬੈਠੇ ਆ, ਭਾਈ ਮਰਦਾਨਾ ਜੀ ਕੀਰਤਨ ਕਰ ਰਹੇ ਨੇ। ਸੰਗਤ ਦੂਰ ਤੱਕ ਲੋਕ ਹੀ ਲੋਕ ਨੇ, ਇਕੱਠ ਹੀ ਇਕੱਠ ਹੈ। ਕੀਰਤਨ ਸੁਣਦਿਆਂ ਸੁਭਾਵਕ ਕਈ ਪ੍ਰੇਮੀ ਗੁਰੂ ਸਾਹਿਬ ਕੋਲ ਆਣ ਬੈਠੇ ਨੇ, ਜਿਨ੍ਹਾਂ ਨੂੰ ਕੀਰਤਨ ਸੁਣਦਿਆਂ ਮਨ ਨੂੰ ਸਕੂਨ ਮਿਲਿਆ। ਫਿਰ ਕੀਰਤਨ ਕਰਨ ਵਾਲੇ ਵੀ ਤਾਂ ਉਹ ਨੇ ਜਿਹੜੇ ਗੁਰੂ ਨਾਨਕ ਦੇ ਦਰਬਾਰ ਦੇ ਪਹਿਲੇ ਕੀਰਤਨੀਏ ਨੇ, ਭਾਈ ਮਰਦਾਨਾ ਜੀ। ਤੋ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਇੱਕ ਰਾਣੀ ਆਈ ਹੈ। ਹਾਂਸੀ ਦੇ ਇਲਾਕੇ ਦਾ ਰਾਜਾ ਹੈ, ਉਹਦੀ ਰਾਣੀ ਹੈ। ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਜੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਸਾਹਿਬ ਜੀ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਕੱਲ ਸ਼ਾਮ ਤੋਂ ਵੀਰਵਾਰ ਤੋਂ 7 ਤਰੀਕ ਤੋਂ ਸਮੇਂ ਦੇ ਵਿੱਚ 15 ਮਿੰਟ ਦੀ ਤਬਦੀਲੀ ਕੀਤੀ ਗਈ ਹੈ। ਕੱਲ ਸ਼ਾਮ ਨੂੰ ਇਤਿਹਾਸ ਦੀ ਕਥਾ 5 ਤੋਂ 6 ਵਜੇ ਤੱਕ ਹੋਵੇਗੀ। ਸੋਦਰ ਦੀ ਚੌਂਕੀ 6 ਤੋਂ 7 ਵਜੇ ਤੱਕ। ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ 7 ਵਜੇ ਤੋਂ 7:45 ਤੱਕ। ਆਰਤੀ ਕੀਰਤਨ 7:45 ਤੋਂ 8:25 ਤੱਕ। ਔਰ ਸਮੁੱਚੀ ਸਮਾਪਤੀ ਜੋ ਹੈ ਉਹ 10:15 ਵਜੇ ਤੱਕ ਹੋਵੇਗੀ। ਕੱਲ ਸ਼ਾਮ ਨੂੰ ਇਤਿਹਾਸ ਦੀ ਕਥਾ 5 ਤੋਂ 6 ਵਜੇ ਤੱਕ ਹੋਵੇਗੀ। ਆਪ ਜੀ ਨੇ ਸਮੇਂ ਸਿਰ ਹਾਜ਼ਰੀਆਂ ਭਰ ਕੇ ਗੁਰੂ ਦਾ ਸਰਵਣ ਕਰਨਾ ਜੀ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਵੇਕ ਹੈ ਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੈ ਸੰਤਹ ਕੈ ਸਦਾ ਸੰਗ ਨੀ ਧਾਰਾ ਆਧਾਰ ਹੈ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ।
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ। ਹਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ। ਹਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਬਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਮੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸ਼ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ। ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੇ ਕਿਰਪਾ ਮਹਿ ਕੋਇ ਨ ਜਾਣੈ ਤੁਮਰਾ ਅੰਤ। ਉਚਤੇ ਊਚਾ ਸਗਲ ਸਮਗਰੀ ਤੁਮਰਾ ਸੂਤਰ ਤਾਰੀ। ਤੁਮ ਤੇ ਹੋਏ ਸੋ ਤੁਮਰੇ ਗਤ ਮਿਤ ਤੁਮਹਿ ਜਾਨੀ। ਨਾਨਕ ਦਾਸ ਮਲ ਜੀ ਵਾਹਿਗੁਰੂ ਇਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲੈਨ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਾਉ। ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਜਿਠ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੈ ਧਾਇ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।
ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸੁਆਸਾਂ ਸੰਗ ਨਿਭਾਏ ਤਿਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਓਂ ਜੀ ਕਾ ਧਿਆਨ ਧਰ ਕੇ ਬੋਲੋ ਜੀ। प्रथम सरबत खालसा जी की अरदास है जी सरबत खालसा जी को वाहिगुरु 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 चित आवे चित आवन का सदका सर्व सुख होवे जहाँ जहाँ खालसा जी साहिब तहाँ तहाँ रक्षया रियायत देग तेग फतेह बिरद की पैज पंथ की जीत श्री साहिब जी सहाय गुरु खालसा जी के बोल बाले बोलो जी। सिखा नूं सिखी दान केस दान रहत दान विवेक दान विसाह दान भरोसा दान दाना सिर दान नाम दान श्री अमृतसर साहिब जी के दर्शन इशनान चौकियां झंडे बुंगे जुगो जुगा टल धर्म का जयकार बोलो जी। सिखां दा मन नीवा मत उची मत पत दा रखा आप वाहिगुरु हे अकाल पुरख अपने पंथ दे सदा सहाई दातार जीओ श्री ननकाना साहिब ते होर गुरुद्वारियां गुरुधामां जिन्हां तो पंथ नूं विछोड़िया गया है खुले दर्शन दीदार ते सेवा संभालदा धन खालसा जी नूं बख्शो हे निमाणियां दे मान नेताणियां दे तान न्योटियां दी ओट धन धन श्री गुरु तेग बहादुर पातशाह जी आप जी दे पावन पवित्र स्थान गुरुद्वारा श्री दुख निवारण साहिब विखे धन धन श्री गुरु ग्रंथ साहिब पातशाह जी आप जी दी पावन पवित्र हजूरी अंदर महीनावारे पंचमी दे जोड़ मेल मनाउंदियां खुले पंडालां विच अमृत वेले तो दीवान सजाए गए सजे दीवाना अंदर अमृतमय बाणी दे शब्द कीर्तन गायन होए ढाडी ਸਿੰਘਾਂ ने वारां गाईयां गुर इतिहास दी विचार छेपणियां नंसव जी दे जाप होए समुची सेवा ने भाउंदे आ होइयां बेअंत भुल्लां दे खिमा करने अगे तो गुरबाणी दे शुद्ध उचारण करन दा सेवा करन दा बलबोध सुमत प्रदान करने पढ़े सुने बाणी दा भाव समूह आईयां संगतां दा श्रेया सेवकां दे हिरदियां विखे वसाउणा सूरज किरण मिले जल का जल हुआ राम ज्योति ज्योत रले संपूर्ण थी आराम ऐसे दीन दयाल पातशाह धन धन श्री गुरु हरगोबिंद साहिब पातशाह जी आप जी दे ज्योति जोत समाउण दे पुरब ते महीना वारे पंचमी दे जोड़ मेल मनाउंदियां सरबत संगतां पावन दरबार दियां हाजरियां भर रहीआं हन जथा शक्त भेटावां अर्पण कर रहीआं हन सरबत दियां हाजरियां भेटावां तान मन धन करके कीतियां सेवावां दर प्रमाण करदे आ सरबत नूं दरों घरों सिख सिदक भरोसा नामदान बख्शना शुभ भावनावां पूरियां करनियां यात्रा सफले करने परिवारां में सुख शांति मेल इतफाक तंदुरुस्ती चढ़दी कला बख्शिश करने खालसा पंथ अंदर सदैव काल पूर्ण इतफाक प्रेम बख्शिश करना खालसा पंथ दे सदा चढ़दी कला करने हर प्रकार सहायता करनी पातशाह जी आओ
ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦੇ ਦੇਗ ਸਜ ਕੇ ਹਾਜ਼ਰ ਹੈ ਜੀ। ਆਪ ਜੀ ਦੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਮੁਖਵਾਕ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਇਆ ਕਾਲ ਕੇ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਆ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੂਰਜ ਕਿਰਨ ਮਿਲੇ, ਜਲ ਕਾ ਜਲਹੁ ਆਰਾਮ। ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਪਹਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਵਿੰਦ ਸਵਾਰੀ। ਚੱਲੀ ਪੀੜੀ ਸੋਡੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਪੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਪੁੱਛਨ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ ਨਿਹਾਰੀ। ਅਗਮ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣੋ ਸੰਸਾਰੀ। ਕਲ ਯੁਗ ਪੀੜੀ ਸੋਡੀਆਂ, ਨਿਹਚਲ ਨੀਵ ਉਸਾਰ ਖਲਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਸੋ ਕਹੋ ਟਲ ਗੁਰ ਸੇਵੀਆ, ਐਨਿਸ ਸਹਿਜ। ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁਖ। ਹੋਵੈ ਸਿਫਤ ਖਸਮਾਂ ਦੀ, ਨੂਰ ਅਰਸੋਂ ਕੁਰਸੋਂ ਝੱਟੀਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਆ। ਸੱਜਣਾ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹੋ। ਜਿਸ ਪਾਸ ਬੈਠਿਆ ਸੋਹੀਆ, ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾ। ਗੁਰ ਪਰਮੇਸ਼ਰ ਕਰਨਹਾਰ, ਸਗਲ ਸ੍ਰਿਸ਼ਟ ਕੋ ਦੇ ਆਧਾਰ।
ਗੁਰ ਪਰਮੇਸ਼ਰ ਕਰਨਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਏ ਰਹਾਉ ਭਵ ਜਲ ਡੂਬਤ ਸਤਿਗੁਰ ਕਾਢੈ ਜਨਮ ਜਨਮ ਕਾ ਟੂਟਾ ਗੰਢ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੈ ਸਾਤ ਸਤਿਗੁਰ ਕੀ ਰੇਣ ਵੱਡ ਭਾਗੀ ਪਾਵੈ ਨਾਨਕ ਗੁਰ ਕੋ ਸਦ ਬਲ ਜਾਵੈ ਸਤਿਗੁਰ ਕੀ ਰੇਣ ਵੱਡ ਭਾਗੀ ਪਾਵੈ ਨਾਨਕ ਗੁਰ ਕੋ ਸਦ ਬਲ ਜਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਵਾਹਿਗੁਰੂ 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 ਸ਼੍ਰੀ ਵਾਹਿਗੁਰੂ
नानक सर्व कला समरथ समरथ डोलन ते रखो रखो नानक दे कर हथ बलिहारी 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 गोरे आपने बलिहारी बलिहारी गोरे अपने त्योहारी सतवार इन मानस ते देवते किए जिन मानस जिन मानस ते देवते किए करत न लागी वा आनंद गुण निधान गुरु गरीब निवार गरीब निवार गुरु गरीब निवाज गरीब निवाज हर हर जान दोए एक है हर हर जान दोए एक है हर हर जान दोए एक है हर हर जान दोए हर हर जान दोए एक है 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 बेब विचार कच ना